ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਸਾਰੇ ਵੀਰ ਭੈਣਾਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਆਨਲਾਈਨ ਗੁਰਮਤ ਕਲਾਸ ਵਿੱਚ। ਜਿਵੇਂ ਕਿ ਆਪ ਸਾਰਿਆਂ ਨੂੰ ਪਤਾ ਹੈ, ਕੁਝ ਦਿਨ ਤੋਂ ਅਸੀਂ ਸੂਹੀ ਕੀ ਵਾਰ ਦੀ ਵਿਚਾਰ ਸਾਂਝੀ ਕਰਕੇ ਜੀਵਨ ਜੁਗਤ ਸਿੱਖਣ ਦਾ ਯਤਨ ਕਰ ਰਹੇ ਹਾਂ। ਕੱਲ ਤੱਕ ਅਸੀਂ 4 ਪੌੜੀਆਂ ਦੀ ਵਿਚਾਰ ਸਾਂਝੀ ਕਰ ਚੁੱਕੇ ਹਾਂ। ਅੱਜ ਅਸੀਂ 5ਵੀਂ ਪੌੜੀ ਦੀ ਵਿਚਾਰ ਸਾਂਝੀ ਕਰਾਂਗੇ। ਇਸ ਪੌੜੀ ਦੇ ਨਾਲ ਪਹਿਲਾ ਸ਼ਲੋਕ ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਦਾ ਉਚਾਰਨ ਕੀਤਾ ਹੋਇਆ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 786 ਤੇ ਅੰਕਿਤ ਹੈ। ਸ਼ਲੋਕ ਮਹਿਲਾ ਤੀਜਾ। ਸੂਹਵੀਏ ਸੂਹਾ ਵੇਸ਼ ਛੱਡ ਤੂੰ, ਤਾਂ ਫਿਰ ਲੱਗੀ ਪਿਆਰ। ਸੂਹੈ ਵੇਸ਼ ਫਿਰ ਕਿਨੇ ਨਾ ਪਾਇਓ, ਮਨਮੁਖ ਦਜ ਮੁਈ ਗਾਵਾਰ। ਸੂਹਵੀਏ ਦਾ ਮਤਲਬ ਕਸੁੰਬੇ ਰੰਗ ਨਾਲ ਪਿਆਰ ਕਰਨ ਵਾਲੀ ਹੈ, ਯਾਨੀ ਮਾਇਕ ਰੰਗ ਦੇ ਨਾਲ ਸੂਹੀ ਹੋਈ ਇਸਤਰੀ, ਜਿਸ ਦਾ ਪਿਆਰ ਮਾਇਆ ਦੇ ਨਾਲ ਹੈ, ਮਾਇਆ ਵਾਲੀ ਸੋਚ ਦੇ ਨਾਲ। ਵੇਸ਼ ਦਾ ਮਤਲਬ ਹੈ ਪਹਿਨਾਵਾ, ਛੱਡ ਦਾ ਮਤਲਬ ਛੱਡ, ਫਿਰ ਦਾ ਮਤਲਬ ਪਤੀ, ਲੱਗੀ ਪਿਆਰ ਦਾ ਮਤਲਬ ਪਿਆਰ ਬਣੇਗਾ। ਇਹ ਮਾਇਕ ਰੰਗ ਨਾਲ ਪਿਆਰ ਕਰਨ ਵਾਲੀ ਇਹ ਜੀਵ ਇਸਤਰੀ ਹੈ। ਮਨ ਨੂੰ ਮੋਹਣ ਵਾਲੇ ਪਦਾਰਥਾਂ ਦਾ ਮੋਹ ਛੱਡ, ਵਿਕਾਰਾਂ ਦਾ ਪਿਆਰ ਛੱਡ, ਤਾਂ ਆਪਣੇ ਪਤੀ ਦੇ ਨਾਲ, ਪ੍ਰਭੂ ਦੇ ਨਾਲ ਪਿਆਰ ਬਣੇਗਾ। ਇਹ ਮਾਇਕ ਰੰਗ ਦੇ ਨਾਲ ਸੂਹੀ ਹੋਈ ਜੀਵ ਇਸਤਰੀ, ਇਸ ਮਾਇਕ ਪਿਆਰ ਨੂੰ ਤਿਆਗ, ਤਾਂ ਤੇਰਾ ਪਿਆਰੇ ਪ੍ਰਭੂ ਦੇ ਨਾਲ ਪਿਆਰ ਬਣੇਗਾ। ਸੂਹਵੀਏ ਦਾ ਮਤਲਬ ਇੱਥੇ ਕਿ ਮਾਇਕ ਰੰਗਾਂ ਦੇ ਨਾਲ ਪਿਆਰ ਕਰਨਾ। ਤੇ ਮਾਇਆ ਨੂੰ ਆਪ ਚੰਗੀ ਤਰ੍ਹਾਂ ਸਮਝਦੇ ਹੋ, ਉਹ ਸੋਚ ਜਿਹੜੀ ਸੋਚ ਸਾਨੂੰ ਰੱਬ ਨਾਲੋਂ ਤੋੜਦੀ ਹੈ, ਜੋ ਸੋਚ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ, ਜੋ ਸੋਚ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ, ਐਸੀ ਸੋਚ ਦੇ ਨਾਲ ਪਿਆਰ ਕਰਨਾ ਪ੍ਰਭੂ ਦੇ ਨਾਲ ਪਿਆਰ ਬਣ ਸਕਦਾ ਹੈ। ਜੇ ਹੁਣ ਇਸ ਸੋਚ ਦੇ ਅੰਦਰ ਬੰਦਾ ਖਚਤ ਰਹੇ ਤਾਂ ਸ਼ੁਭ ਗੁਣਾਂ ਦੇ ਨਾਲ ਪ੍ਰੀਤ ਬਣੇਗੀ ਨਹੀਂ। ਸ਼ੁਭ ਗੁਣਾਂ ਦੇ ਨਾਲ ਪ੍ਰੀਤ ਬਣਾਉਣ ਲਈ, ਰੱਬ ਦੇ ਨਾਲ ਪ੍ਰੀਤ ਬਣਾਉਣ ਲਈ, ਸੱਚ ਨਾਲ ਪਿਆਰ ਬਣਾਉਣ ਵਾਸਤੇ ਇਹਨਾਂ ਵਿਕਾਰਾਂ ਦੇ ਪਿਆਰ ਨੂੰ ਤਿਆਗਣਾ ਅਤਿਅੰਤ ਜ਼ਰੂਰੀ ਹੈ। ਔਰ ਕੇਵਲ ਬਾਹਰੀ ਤੌਰ ਤੇ ਵਿਖਾਵਾ, ਬਾਹਰੀ ਤੌਰ ਤੇ ਪਹਿਨਾਵਾ ਪਹਿਨਣਾ ਔਰ ਅੰਦਰੋਂ ਵਿਸ਼ੇ ਵਿਕਾਰਾਂ ਦੇ ਨਾਲ ਜੁੜੇ ਰਹਿਣਾ, ਇਹ ਜਿਹੜੀ ਨੀਤੀ ਹੈ, ਐਸੀ ਨੀਤੀ ਦੇ ਨਾਲ ਕਦੇ ਵੀ ਅੰਦਰ ਇਨਸਾਨੀਅਤ ਨਹੀਂ ਪੈਦਾ ਹੁੰਦੀ, ਕਦੇ ਵੀ ਪ੍ਰਭੂ ਦਾ ਪਿਆਰ ਪੈਦਾ ਨਹੀਂ ਹੁੰਦਾ। ਸੂਹੈ ਵੇਸ਼ ਫਿਰ ਕਿਨੇ ਨਾ ਪਾਇਓ, ਮਨਮੁਖ ਦਜ ਮੁਈ ਗਾਵਾਰ। ਸੂਹੈ ਵੇਸ਼ ਦਾ ਮਤਲਬ ਜੋ ਮਾਇਕ ਰੰਗ ਹੈ, ਮਨ ਨੂੰ ਮੋਹਣ ਵਾਲੀ ਜੋ ਸੋਚ ਹੈ, ਵਿਸ਼ੇ ਵਿਕਾਰਾਂ ਵਾਲੀ। ਦਜ ਦਾ ਮਤਲਬ ਸੜਨਾ, ਦਜ ਮੁਈ ਦਾ ਮਤਲਬ ਸੜ ਕੇ ਮਰ ਗਈ। ਗਾਵਾਰ ਦਾ ਮਤਲਬ ਕਮਲੀ, ਬੇਸਮਝ ਇਨਸਾਨ। ਮਨਮੁਖ ਦਾ ਮਤਲਬ ਜੋ ਆਪ ਖੁਦਰਾ ਹੈ। ਇਸ ਮੋਹ ਦੇ ਅੰਦਰ ਕਦੇ ਵੀ ਕਿਸੇ ਨੇ ਪ੍ਰਭੂ ਨੂੰ ਨਹੀਂ ਪਾਇਆ। ਇਹ ਜੋ ਵਿਸ਼ੇ ਵਿਕਾਰਾਂ ਦਾ ਮੋਹ ਹੈ, ਵਿਕਾਰਾਂ ਦਾ ਪਿਆਰ ਹੈ, ਇਹਦੇ ਵਿੱਚ ਰਹਿ ਕੇ ਕਦੇ ਵੀ ਕਿਸੇ ਨੇ ਪ੍ਰਭੂ ਨੂੰ ਨਹੀਂ ਪਾਇਆ। ਮਨ ਦੇ ਪਿੱਛੇ ਤੁਰਨ ਵਾਲੀ ਆਪ ਖੁਦਰੀ ਜੀਵ ਇਸਤਰੀ, ਮੂਰਖ ਇਸਤਰੀ, ਇਸ ਮੋਹ ਵਿੱਚ ਸੜ ਕੇ ਮਰ ਜਾਂਦੀ ਹੈ। ਇੱਥੇ ਇਸਤਰੀ ਦਾ ਮਤਲਬ ਸਿਰਫ ਔਰਤ ਨਹੀਂ ਹੈ। ਜੀਵ ਇਸਤਰੀ ਮਤਲਬ ਕੋਈ ਵੀ ਇਸਤਰੀ ਪੁਰਸ਼ ਜੋ ਵੀ ਆਪ ਖੁਦਰਾ ਹੈ। ਆਪ ਖੁਦਰੇਪਨ ਦੇ ਕਾਰਨ ਬੇਸਮਝ ਲੋਕ ਵਿਸ਼ੇ ਵਿਕਾਰਾਂ ਦੇ ਅੰਦਰ ਸੜ ਕੇ ਆਤਮਕ ਮੌਤ ਸਹਿੜ ਲੈਂਦੇ ਨੇ। ਤਾਂ ਇਹ ਮਾਇਆ ਨਾਲ ਪਿਆਰ ਕਰਨ ਵਾਲੇ ਜੀਵ ਕਦੇ ਵੀ ਵਿਸ਼ੇ ਵਿਕਾਰਾਂ ਦੇ ਨਾਲ ਪਿਆਰ ਕਰਕੇ, ਵਿਖਾਵੇ ਦੇ ਜੀਵਨ ਦੇ ਨਾਲ ਪ੍ਰਭੂ ਨੂੰ ਕਿਸੇ ਨੇ ਨਹੀਂ ਪਾਇਆ। ਆਪ ਖੁਦਰਾ ਜੋ ਜੀਵ, ਕੋਈ ਵੀ ਮਨੁੱਖ ਹੈ ਜਿਸ ਦੇ ਅੰਦਰ ਮਨਮੁਖਤਾ ਹੈ, ਉਹ ਮੂਰਖ ਮਨੁੱਖ ਵਿਸ਼ੇ ਵਿਕਾਰਾਂ ਦੇ ਅੰਦਰ ਸੜ ਕੇ ਆਤਮਕ ਮੌਤੇ ਮਰ ਜਾਂਦਾ ਹੈ। ਹੁਣ ਸਵਾਲ ਪੈਦਾ ਹੁੰਦਾ ਹੈ ਕਿ ਇਸ ਵਿਸ਼ੇ ਵਿਕਾਰਾਂ ਦੇ ਨਾਲੋਂ ਸਾਡੀ ਪ੍ਰੀਤ ਟੁੱਟੇ ਕਿਵੇਂ ਔਰ ਜੀਵਨ ਦਾ ਸਹੀ ਰਾਸਤਾ ਮਿਲੇ ਕਿਵੇਂ। ਇਸ ਜ਼ਿੰਦਗੀ ਚੋਂ ਜਾਂ ਐਸੇ ਵਿਸ਼ੇ ਵਿਕਾਰਾਂ ਦੇ ਬੰਧਨ ਚੋਂ ਅਸੀਂ ਬਾਹਰ ਕਿਵੇਂ ਆਈਏ। ਸਤਿਗੁਰ ਮਿਲੇ ਸੂਹਾ ਵੇਸ਼ ਗਿਆ, ਹਉਮੈ ਵਿੱਚੋਂ ਮਾਰ। ਸਤਿਗੁਰ ਮਿਲੇ ਦਾ ਮਤਲਬ ਗੁਰੂ ਦੇ ਮਿਲਨ ਕਰਕੇ। ਜੇ ਗੁਰੂ ਮਿਲ ਪਏ ਤਾਂ ਅੰਦਰੋਂ ਹਉਮੈ ਦੂਰ ਕੀਤਿਆਂ ਇਹ ਮਾਇਕ ਜੋ ਪਿਆਰ ਹੈ ਉਹ ਅੰਦਰੋਂ ਦੂਰ ਹੋ ਜਾਂਦਾ ਹੈ, ਵਿਸ਼ੇ ਵਿਕਾਰਾਂ ਦਾ ਮੋਹ ਦੂਰ ਹੋ ਜਾਂਦਾ ਹੈ।
ਪਾਪਾਂ ਅਪਰਾਧਾਂ ਵਾਲੀ ਬਿਰਤੀ ਦੂਰ ਹੋ ਜਾਂਦੀ ਹੈ। ਜਿਹੜਾ ਸੂਹਾ ਵੇਸ਼ ਸੀ, ਮਤਲਬ ਮਾਇਆ ਦਾ ਜੋ ਰੰਗ ਸੀ, ਉਹ ਰੰਗ ਦੂਰ ਹੋ ਜਾਂਦਾ ਹੈ, ਉਹ ਪਿਆਰ ਦੂਰ ਹੋ ਜਾਂਦਾ ਹੈ। ਕਦੋਂ? ਜਦੋਂ ਗੁਰੂ ਮਿਲਦਾ ਹੈ। ਤਾਂ ਇਹਦਾ ਮਤਲਬ ਇਹ ਹੋਇਆ ਕਿ ਜੋ ਵੀ ਇਨਸਾਨ ਇਹਨਾਂ ਵਿਸ਼ੇ ਵਿਕਾਰਾਂ ਤੋਂ ਆਪਣਾ ਖਹਿੜਾ ਛੁਡਾਉਣਾ ਚਾਹੁੰਦਾ ਹੈ, ਜੋ ਵੀ ਇਨਸਾਨ ਇਹਨਾਂ ਵਿਸ਼ੇ ਵਿਕਾਰਾਂ ਦੇ ਕਾਰਨ ਬਣੇ ਹੋਏ ਦੁੱਖਾਂ ਦੇ ਵਿੱਚੋਂ ਬਾਹਰ ਨਿਕਲਣਾ ਚਾਹੁੰਦਾ ਹੈ, ਪ੍ਰਭੂ ਪਿਆਰ ਪਾਣਾ ਚਾਹੁੰਦਾ ਹੈ, ਆਪਣੇ ਅੰਦਰ ਇਨਸਾਨੀਅਤ ਪੈਦਾ ਕਰਨਾ ਚਾਹੁੰਦਾ ਹੈ, ਆਤਮਿਕ ਜ਼ਿੰਦਗੀ ਜੀਣਾ ਚਾਹੁੰਦਾ ਹੈ, ਤਾਂ ਉਹਦੇ ਵਾਸਤੇ ਇੱਕ ਹੀ ਨੇਮ ਹੈ ਕਿ ਉਹ ਗੁਰੂ ਨੂੰ ਮਿਲੇ। ਭਾਵ ਗੁਰੂ ਦੇ ਦੱਸੇ ਰਾਹ ਤੇ ਤੁਰੇ, ਗੁਰੂ ਤੋਂ ਗਿਆਨ ਦੀ ਦਾਤ ਲੈ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾਵੇ। ਫਿਰ ਕੀ ਹੋਏਗਾ? ਮਨ ਤਨ ਰੱਤਾ ਲਾਲ ਹੁਆ, ਰਸਨਾ ਰੱਤੀ ਗੁਣ ਸਾਰ। ਰੱਤੀ ਦਾ ਮਤਲਬ ਰੰਗੀ ਗਈ, ਗੁਣ ਸਾਰ ਦਾ ਮਤਲਬ ਗੁਰੂ ਪ੍ਰਭੂ ਦੇ ਗੁਣ ਚੇਤੇ ਕਰਕੇ, ਸਾਰ ਦਾ ਮਤਲਬ ਹੁੰਦਾ ਹੈ ਸੰਭਾਲਣਾ, ਚੇਤੇ ਕਰਨਾ, ਆਪਣੇ ਚੇਤੇ ਦੇ ਵਿੱਚ ਵਸਾਣਾ। ਮਨ ਤੇ ਸਰੀਰ ਇਹ ਪ੍ਰਭੂ ਦੇ ਪਿਆਰ ਦੇ ਨਾਲ ਲਾਲ ਹੋ ਜਾਂਦਾ ਹੈ, ਰੰਗਿਆ ਜਾਂਦਾ ਹੈ। ਲਾਲ ਦਾ ਮਤਲਬ ਇੱਥੇ ਪੱਕਾ ਰੰਗ, ਸ਼ੁਭ ਗੁਣਾਂ ਦਾ ਪੱਕਾ ਰੰਗ। ਜਿਵੇਂ ਸੂਹਾ ਰੰਗ ਵਿਕਾਰਾਂ ਦੇ ਰੰਗ ਨੂੰ ਕਿਹਾ ਹੈ ਨਾ, ਇੱਥੇ ਲਾਲ ਰੰਗ ਪ੍ਰਭੂ ਦੇ ਗੁਣਾਂ ਦੇ ਪਿਆਰ ਨੂੰ ਕਹਿ ਰਹੇ ਨੇ ਕਿ ਮਨ ਔਰ ਸਰੀਰ ਪ੍ਰਭੂ ਦੇ ਸ਼ੁਭ ਗੁਣਾਂ ਦੇ ਨਾਲ ਰੰਗਿਆ ਜਾਂਦਾ ਹੈ। ਰਸਨਾ ਰੱਤੀ ਗੁਣਸਾਰ, ਜੀਭ ਪ੍ਰਭੂ ਦੇ ਗੁਣ ਯਾਦ ਕਰਕੇ ਸ਼ੁਭ ਗੁਣਾਂ ਦੇ ਨਾਲ ਰੰਗੀ ਜਾਂਦੀ ਹੈ। ਯਾਨੀ ਜੇ ਅਸੀਂ ਆਪਣੇ ਸੋਚ ਦੇ ਅੰਦਰ ਰੱਬੀ ਗੁਣਾਂ ਨੂੰ ਵਸਾ ਲਈਏ, ਗੁਰੂ ਦੇ ਦੱਸੇ ਰਾਹਾਂ ਤੇ ਤੁਰੀਏ, ਤਾਂ ਫਿਰ ਮਨ ਔਰ ਸਰੀਰ ਤੇ ਰਸਨਾ ਦਾ ਮਤਲਬ ਬੋਲ ਸਾਡੇ, ਯਾਨੀ ਮਨ, ਬਚਨ ਔਰ ਕਰਮ ਕਰਕੇ ਬੰਦਾ ਸ਼ੁਭ ਗੁਣਾਂ ਦੇ ਨਾਲ ਰੰਗਿਆ ਜਾਂਦਾ ਹੈ। ਤਨ ਰੱਤਾ ਹੋਣ ਦਾ ਮਤਲਬ ਸਾਡੇ ਕਰਮ, ਰਸਨਾ ਦੇ ਨਾਲ ਅਸੀਂ ਬੋਲ ਬੋਲਦੇ ਹਾਂ ਤੇ ਮਨ ਦੇ ਨਾਲ ਸੋਚਦੇ ਹਾਂ। ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਨਾਲ ਵਿਸ਼ੇ ਵਿਕਾਰਾਂ ਦਾ ਰੰਗ ਉਤਰ ਜਾਂਦਾ ਹੈ ਔਰ ਮਨ, ਬਚਨ ਔਰ ਕਰਮ ਕਰਕੇ ਜੋ ਮਨੁੱਖ ਹੈ ਸ਼ੁਭ ਗੁਣਾਂ ਦੇ ਪਿਆਰ ਦੇ ਅੰਦਰ ਰੰਗਿਆ ਜਾਂਦਾ ਹੈ, ਰੱਬੀ ਗੁਣਾਂ ਦੇ ਨਾਲ ਰੰਗਿਆ ਜਾਂਦਾ ਹੈ। ਸਦਾ ਸੁਹਾਗਣ ਸ਼ਬਦ ਮਨ, ਭੈ ਭਾਏ ਕਰੇ ਸ਼ਿੰਗਾਰ। ਮਨ ਦਾ ਮਤਲਬ ਮਨ ਵਿੱਚ, ਸਦਾ ਸੁਹਾਗਣ ਦਾ ਮਤਲਬ ਸੁਹਾਗ ਭਾਗ ਵਾਲੀ, ਵੱਡੇ ਭਾਗਾਂ ਵਾਲੀ। ਜਿਸ ਜੀਵ ਇਸਤਰੀ ਨੇ ਪ੍ਰਭੂ ਦੇ ਡਰ ਤੇ ਪਿਆਰ ਦੀ ਰਾਹੀਂ ਆਪਣੇ ਮਨ ਦਾ ਸੁਹਜ ਬਣਾਇਆ, ਜਿਹਦੇ ਮਨ ਵਿੱਚ ਗੁਰੂ ਸ਼ਬਦ ਵਸਦਾ ਹੈ, ਉਹ ਸਦਾ ਲਈ ਸੁਹਾਗ ਭਾਗ ਵਾਲੀ ਹੋ ਜਾਂਦੀ ਹੈ। ਯਾਨੀ ਪ੍ਰਭੂ ਦਾ ਡਰ, ਪ੍ਰਭੂ ਦਾ ਅਦਬ, ਪ੍ਰਭੂ ਦਾ ਪਿਆਰ, ਜਿਸਨੇ ਪ੍ਰਭੂ ਦੇ ਡਰ, ਅਦਬ, ਪਿਆਰ ਦੇ ਨਾਲ ਆਪਣੇ ਆਪ ਨੂੰ ਸ਼ਿੰਗਾਰ ਲਿਆ, ਮਨ, ਬਚਨ, ਕਰਮ ਕਰਕੇ, ਉਹ ਹਮੇਸ਼ਾ ਲਈ ਸੁਹਾਗ ਭਾਗ ਵਾਲੀ ਹੋਊਗੀ। ਭਾਵ ਉਹ ਜੀਵ ਭਾਗਾਂ ਵਾਲੇ ਨੇ, ਉਹਨਾਂ ਦਾ ਜੀਵਨ ਮੁਬਾਰਕ ਹੈ, ਉਹਨਾਂ ਦਾ ਜੀਵਨ ਮਹਾਨ ਹੈ, ਜਿਨ੍ਹਾਂ ਨੇ ਪ੍ਰਭੂ ਦੇ ਡਰ, ਅਦਬ ਦੇ ਨਾਲ ਆਪਣੇ ਜੀਵਨ ਨੂੰ ਰੰਗਿਆ ਹੈ, ਆਪਣੇ ਜੀਵਨ ਨੂੰ ਸ਼ਿੰਗਾਰਿਆ ਹੈ। ਭਾਵ ਜੋ ਰੱਬੀ ਅਦਬ ਦੇ ਅੰਦਰ ਜ਼ਿੰਦਗੀ ਗੁਜ਼ਾਰਦੇ ਨੇ, ਉਹ ਲੋਕ ਵੱਡੇ ਭਾਗਾਂ ਵਾਲੇ ਨੇ, ਉਹਨਾਂ ਦਾ ਜੀਵਨ ਮਹਾਨ ਹੈ। ਨਾਨਕ ਕਰਮੀ ਮਹਿਲ ਪਾਇਆ, ਫਿਰ ਰਾਖਿਆ ਉਰਧਾਰ। ਹੇ ਨਾਨਕ, ਪ੍ਰਭੂ ਦੀ ਮਿਹਰ ਨਾਲ ਪ੍ਰਭੂ ਨੂੰ ਹਿਰਦੇ ਵਿੱਚ ਟਿਕਾਇਆ, ਉਹਦਾ ਮਹਿਲ ਮਿਲ ਜਾਂਦਾ ਹੈ। ਮਹਿਲ ਦਾ ਮਤਲਬ ਟਿਕਾਣਾ ਮਿਲ ਜਾਂਦਾ ਹੈ, ਯਾਨੀ ਰੱਬ ਦੀ ਹਜ਼ੂਰੀ ਮਿਲਦੀ ਹੈ। ਮੀਨਸ ਕਿ ਬੰਦਾ ਰੱਬ ਦੇ ਅੰਦਰ ਸਮਾ ਜਾਂਦਾ ਹੈ। ਹੁਣ ਇਹ ਕਿਰਪਾ ਕੀ ਹੈ? ਆਪ ਸਮਝ ਗਏ ਪਿਛਲੀਆਂ ਪੰਕਤੀਆਂ ਵਿੱਚੋਂ ਕਿ ਗੁਰੂ ਦੇ ਦੱਸੇ ਰਾਹ ਤੇ ਤੁਰਨਾ ਹੀ ਪ੍ਰਭੂ ਦੀ ਕਿਰਪਾ ਹੈ। ਤੇ ਜਿਸ ਨੇ ਇਸ ਕਿਰਪਾ ਨੂੰ ਪਾ ਲਿਆ, ਜਿਸ ਨੇ ਗੁਰੂ ਦੇ ਦੱਸੇ ਰਾਹਾਂ ਤੇ ਤੁਰਨ ਦਾ ਉਦਮ ਕੀਤਾ, ਉਸ ਉਦਮ ਦੇ ਨਾਲ ਉਹਨਾਂ ਨੇ ਪ੍ਰਭੂ ਦੀ ਪ੍ਰਾਪਤੀ ਕਰ ਲਈ ਔਰ ਉਹਨਾਂ ਨੇ ਸਦਾ ਹੀ ਪ੍ਰਭੂ ਨੂੰ ਆਪਣੇ ਹਿਰਦੇ ਦੇ ਅੰਦਰ ਵਸਾ ਲਿਆ। ਜਿਨ੍ਹਾਂ ਦੀ ਸੋਚ ਵਿੱਚ ਰੱਬੀ ਗੁਣ ਵਸ ਗਏ, ਸਮਝ ਲਓ ਉਹਨਾਂ ਨੇ ਰੱਬ ਨੂੰ ਪਾ ਲਿਆ। ਇਹੀ ਰੱਬ ਨੂੰ ਪਾਣਾ ਹੈ। ਰੱਬੀ ਗੁਣਾਂ ਨੂੰ ਪਾ ਲੈਣਾ ਹੀ ਰੱਬ ਨੂੰ ਪਾ ਲੈਣਾ ਹੈ। ਰੱਬੀ ਗੁਣਾਂ ਦੇ ਅੰਦਰ ਆਪਣੀ ਸੁਰਤ ਨੂੰ ਮਿਲਾ ਦੇਣਾ ਹੀ ਰੱਬ ਦੇ ਵਿੱਚ ਮਿਲ ਜਾਣਾ ਹੈ। ਜਿਵੇਂ ਇੱਕ ਓੰਕਾਰ ਤੋਂ ਲੈ ਕੇ ਗੁਰ ਪ੍ਰਸਾਦ ਤੱਕ ਜੋ ਮੂਲ ਮੰਤਰ ਦੇ ਅੰਦਰ ਗੁਣ ਦੱਸੇ ਨੇ, ਜੋ ਉਹਨਾਂ ਗੁਣਾਂ ਦਾ ਧਾਰਨੀ ਮਨ, ਬਚਨ, ਕਰਮ ਕਰਕੇ ਹੋ ਗਿਆ, ਸਮਝ ਲਓ ਉਹਨੇ ਰੱਬ ਨੂੰ ਪਾ ਲਿਆ। ਉਹ ਇਨਸਾਨ ਰੱਬ ਦੇ ਅੰਦਰ ਲੀਨ ਹੋ ਗਿਆ, ਉਹ ਇਨਸਾਨ ਰੱਬ ਵਰਗਾ ਹੀ ਹੋ ਗਿਆ। ਇਸੇ ਨੂੰ ਰੱਬ ਦਾ ਪਾਣਾ ਕਹਿੰਦੇ ਨੇ। ਤਾਂ ਗੁਰੂ ਦੱਸੇ ਰਾਹਾਂ ਤੇ ਚੱਲਣ ਵਾਲੇ ਉਦਮ ਦੇ ਨਾਲ ਜਿਨ੍ਹਾਂ ਨੇ ਪਿਆਰੇ ਪ੍ਰਭੂ ਦੇ ਗੁਣਾਂ ਨੂੰ ਆਪਣੇ ਹਿਰਦੇ ਵਿੱਚ ਧਾਰਨ ਕੀਤਾ, ਉਹਨਾਂ ਨੇ ਪ੍ਰਭੂ ਦਾ ਟਿਕਾਣਾ ਪਾ ਲਿਆ, ਪ੍ਰਭੂ ਦੇ ਚਰਨਾਂ ਵਿੱਚ ਜੁੜ ਗਏ, ਰੱਬ ਦੇ ਵਿੱਚ ਲੀਨ ਹੋ ਗਏ। ਮਹਿਲਾ ਤੀਜਾ। ਮੁੰਧੇ ਸੂਹਾ ਪਰਹਰ ਹੋ,
ਲਾਲ ਕਰੋ ਸ਼ਿੰਗਾਰ। ਮੁੰਦੇ ਦਾ ਮਤਲਬ ਹੈ ਜੀਵ ਇਸਤਰੀ, ਪਰਹਰੋ ਦਾ ਮਤਲਬ ਛੱਡ ਦੇ। ਸੂਹਾ ਔਰ ਲਾਲ, ਵੈਸੇ ਸੂਹਾ ਔਰ ਲਾਲ ਇੱਕੋ ਕਿਸਮ ਦਾ ਹੀ ਹੁੰਦਾ ਰੰਗ, ਸੂਹੇ ਨੂੰ ਲਾਲ, ਲਾਲ ਨੂੰ ਸੂਹਾ ਕਹਿੰਦੇ ਨੇ, ਲੇਕਿਨ ਇੱਥੇ ਦੋ ਭਾਵਾਂ ਦੇ ਵਿੱਚ ਰੰਗ ਵਰਤੇ ਨੇ। ਸੂਹਾ ਦਾ ਮਤਲਬ ਹੈ ਵਿਸ਼ੇ ਵਿਕਾਰਾਂ ਵਾਲਾ ਰੰਗ, ਮਾਇਆ ਦਾ ਪਿਆਰ। ਇੱਥੇ ਲਾਲ ਦਾ ਮਤਲਬ ਹੈ ਰੱਬੀ ਗੁਣਾਂ ਦਾ ਪਿਆਰ। ਤਾਂ ਗੁਰੂ ਜੀ ਕਹਿੰਦੇ ਨੇ ਮਨ ਨੂੰ ਮੋਹਣ ਵਾਲੇ ਪਦਾਰਥਾਂ ਦਾ ਮੋਹ ਜਿਹੜਾ ਹੈ ਉਹ ਛੱਡ ਦੇ, ਵਿਸ਼ੇ ਵਿਕਾਰਾਂ ਦਾ ਪਿਆਰ ਛੱਡ ਦੇ। ਲਾਲ ਕਰੋ ਸ਼ਿੰਗਾਰ ਦਾ ਮਤਲਬ ਪ੍ਰਭੂ ਦੇ ਗੁਣਾਂ ਨੂੰ ਆਪਣੀ ਜ਼ਿੰਦਗੀ ਦਾ ਸ਼ਿੰਗਾਰ ਬਣਾ। ਇਹ ਪੱਕਾ ਰੰਗ ਹੈ, ਇਹ ਕਦੇ ਉਤਰਦਾ ਨਹੀਂ। ਵਿਸ਼ੇ ਵਿਕਾਰਾਂ ਦਾ ਜਿਹੜਾ ਰੰਗ ਹੈ, ਕੱਚਾ ਰੰਗ ਹੈ, ਇਹਦੇ ਵਿੱਚੋਂ ਕਦੇ ਸੁੱਖ ਔਰ ਸ਼ਾਂਤੀ ਪੈਦਾ ਨਹੀਂ ਹੁੰਦੀ। ਜੋ ਪ੍ਰਭੂ ਦੇ ਗੁਣ ਨੇ, ਜੋ ਸदैवी ਸੱਚ ਹੈ, ਉਹ ਇੱਕ ਪੱਕਾ ਰੰਗ ਹੈ, ਉਹ ਕਦੇ ਚੜ ਜਾਏ ਉਤਰਦਾ ਨਹੀਂ। ਉਹਨਾਂ ਗੁਣਾਂ ਦੇ ਵਿੱਚੋਂ ਸदैवी ਸੁੱਖ ਔਰ ਸ਼ਾਂਤੀ ਪ੍ਰਾਪਤ ਹੁੰਦੀ ਹੈ। ਤਾਂ ਇੱਥੇ ਜੋ ਇਸ ਪੰਕਤੀ ਦਾ ਭਾਵ ਹੈ, ਉਸ ਚੀਜ਼ ਨੂੰ ਧਿਆਨ ਦੇ ਨਾਲ ਸੋਚਣ, ਸਮਝਣ, ਵਿਚਾਰਨ ਔਰ ਅਪਣਾਉਣ ਦੀ ਲੋੜ ਹੈ ਕਿ ਹੇ ਮੇਰੇ ਮਨ, ਜੋ ਵਿਸ਼ੇ ਵਿਕਾਰਾਂ ਦਾ ਸ਼ੋਖਾ ਜਿਹਾ ਰੰਗ ਹੈ ਨਾ, ਫਿੱਕਾ ਜਿਹਾ, ਯਾਨੀ ਲਾਲ ਰੰਗ ਜਿਹੜਾ ਵਿਸ਼ੇ ਵਿਕਾਰਾਂ ਦਾ ਪਿਆਰ ਹੈ, ਉਹਨੂੰ ਛੱਡ ਦੇ। ਲਾਲ ਕਰੋ ਸ਼ਿੰਗਾਰ, ਤੇ ਜੋ ਪ੍ਰਭੂ ਦੇ ਸ਼ੁਭ ਗੁਣਾਂ ਦੇ ਰੰਗ ਹੈ ਨਾ, ਉਹਦੇ ਨਾਲ ਆਪਣੇ ਆਪ ਨੂੰ ਰੰਗ, ਉਹਦੇ ਨਾਲ ਆਪਣੇ ਜੀਵਨ ਨੂੰ ਸ਼ਿੰਗਾਰ, ਮਨ, ਬਚਨ ਔਰ ਕਰਮ। ਉਹਦੇ ਨਾਲ ਕੀ ਹੋਏਗਾ, ਰਿਜ਼ਲਟ ਕੀ ਨਿਕਲੇਗਾ? ਆਵਣ ਜਾਣਾ ਵਿਸਰੈ ਗੁਰ ਸ਼ਬਦੀ ਵਿਚਾਰ। ਗੁਰ ਸ਼ਬਦੀ ਵਿਚਾਰ ਦਾ ਮਤਲਬ ਗੁਰੂ ਦੇ ਸ਼ਬਦ ਦੀ ਰਾਹੀਂ ਵਿਚਾਰ ਕਰ, ਗੁਰੂ ਦੇ ਗਿਆਨ ਰਾਹੀਂ ਵਿਚਾਰ ਕਰ। ਜੋ ਵੀ ਵਿਚਾਰ ਹੈ, ਉਸ ਵਿਚਾਰ ਦਾ ਜੋ ਬੇਸ ਹੈ, ਉਹ ਯੂਨੀਵਰਸਲ ਟਰੁੱਥ ਹੋਣਾ ਚਾਹੀਦਾ ਹੈ। ਗੁਰੂ ਦਾ ਗਿਆਨ, ਯੂਨੀਵਰਸਲ ਟਰੁੱਥ, ਜੋ ਬ੍ਰਹਿਮੰਡੀ ਸੱਚ ਹੈ, ਉਹਨੂੰ ਬੇਸ ਬਣਾ ਕੇ ਅਸੀਂ ਕਿਸੇ ਵੀ ਚੀਜ਼ ਨੂੰ ਪਰਖਣਾ ਹੈ ਕਿ ਕੀ ਚੀਜ਼ ਠੀਕ ਹੈ, ਕੀ ਗਲਤ ਹੈ। ਕਿਉਂਕਿ ਇੱਕ ਚੀਜ਼ ਮੇਰੀ ਨਜ਼ਰ ਵਿੱਚ ਠੀਕ ਹੋ ਸਕਦੀ ਹੈ, ਤੁਹਾਡੀ ਨਜ਼ਰ ਵਿੱਚ ਉਹ ਚੀਜ਼ ਗਲਤ ਹੋ ਸਕਦੀ ਹੈ। ਤੁਹਾਡੀ ਨਜ਼ਰ ਵਿੱਚ ਕੋਈ ਚੀਜ਼ ਠੀਕ ਹੋ ਸਕਦੀ ਹੈ, ਮੇਰੇ ਨਜ਼ਰੀਏ ਤੋਂ ਉਹ ਗਲਤ ਹੋ ਸਕਦੀ ਹੈ, ਕਿਉਂਕਿ ਨਜ਼ਰੀਆ ਹੈ ਆਪਣਾ ਆਪਣਾ, ਸੋਚ ਹੈ ਆਪਣੀ ਆਪਣੀ। ਗੱਲ ਇਹ ਨਹੀਂ ਹੈ ਕਿ ਮੈਂ ਕੀ ਸੋਚਦਾ, ਤੁਸੀਂ ਕੀ ਸੋਚਦੇ ਹੋ। ਗੱਲ ਇਹ ਹੈ ਕਿ ਸੱਚ ਕੀ ਹੈ, ਯੂਨੀਵਰਸਲ ਟਰੁੱਥ ਕੀ ਹੈ। ਸਾਨੂੰ ਦੋਵਾਂ ਨੂੰ ਹੀ ਆਪਣੀ ਵਿਚਾਰ ਛੱਡ ਕੇ ਜੋ ਬ੍ਰਹਿਮੰਡੀ ਸੱਚ ਹੈ, ਜੋ ਯੂਨੀਵਰਸਲ ਟਰੁੱਥ ਹੈ, ਉਹਨੂੰ ਮੰਨ ਲੈਣਾ ਚਾਹੀਦਾ ਹੈ, ਉਹਨੂੰ ਬੇਸ ਬਣਾ ਲੈਣਾ ਚਾਹੀਦਾ ਹੈ। ਗੁਰ ਸ਼ਬਦੀ ਵਿਚਾਰ, ਗੁਰੂ ਦੇ ਸ਼ਬਦ ਰਾਹੀਂ ਵਿਚਾਰ ਕਰ, ਯਾਨੀ ਸਾਡੀ ਹਰ ਵਿਚਾਰ ਦਾ ਜੋ ਬੇਸ ਹੈ ਉਹ ਗੁਰੂ ਦਾ ਗਿਆਨ ਹੋਣਾ ਚਾਹੀਦਾ ਹੈ, ਵਿਵੇਕ ਬੁੱਧ, ਕਾਮਨ ਸੈਂਸ, ਜੋ ਸਾਨੂੰ ਗੁਰੂ ਪਾਸੋਂ ਮਿਲਦੀ ਹੈ। ਔਰ ਅਸੀਂ ਗੁਰੂ ਦੇ ਪ੍ਰਭੂ ਦੇ ਚਰਨਾਂ ਵਿੱਚ ਆਉਂਦੇ ਵੀ ਤਾਂ ਹੀ ਹਾਂ ਕਿ ਸਾਨੂੰ ਵਿਵੇਕ ਬੁੱਧ ਮਿਲ ਜਾਏ। ਹਾਰ ਪਰਿਓ ਸੁਆਮੀ ਕੇ ਦੁਆਰੇ ਦੀਜੈ ਬੁੱਧ ਵਿਵੇਕਾ। ਤਾਂ ਜਦੋਂ ਗੁਰੂ ਸ਼ਬਦ ਰਾਹੀਂ ਵਿਚਾਰ ਕਰਾਂਗੇ, ਫਿਰ ਉਹਦਾ ਰਿਜ਼ਲਟ ਕੀ ਨਿਕਲੇਗਾ? ਆਵਣ ਜਾਣਾ ਵਿਸਰੈ। ਵਿਸਰੈ ਦਾ ਮਤਲਬ ਭੁੱਲ ਜਾਂਦਾ ਹੈ, ਖਤਮ ਹੋ ਜਾਂਦਾ ਹੈ, ਮੁੱਕ ਜਾਂਦਾ ਹੈ। ਆਵਣ ਜਾਣਾ ਦਾ ਮਤਲਬ ਭਟਕਣਾ। ਫਿਰ ਜੋ ਮਨ ਦੀ ਭਟਕਣਾ ਹੈ ਉਹ ਮਿਟ ਜਾਂਦੀ ਹੈ, ਫਿਰ ਮਨ ਕਦੇ ਭਟਕਦਾ ਨਹੀਂ ਹੈ। ਫਿਰ ਜ਼ਿੰਦਗੀ ਦਾ ਸਾਨੂੰ ਇੱਕ ਸदैवी ਗੋਲ ਮਿਲ ਜਾਂਦਾ ਹੈ ਔਰ ਬੰਦਾ ਆਪਣੇ ਉਸ ਗੋਲ ਦੇ ਉੱਤੇ ਟਿਕ ਜਾਂਦਾ ਹੈ। ਫਿਰ ਇਸ ਬੰਦੇ ਦਾ ਮਨ ਕਦੇ ਵੀ ਨਹੀਂ ਭਟਕਦਾ। ਹੁਣ ਆਮ ਜੋ ਬੰਦਾ ਹੈ ਨਾ, ਉਸ ਦਾ ਮਨ ਭਟਕਿਆ ਹੋਇਆ ਹੈ। ਭਟਕਿਆ ਇਸ ਕਰਕੇ ਹੈ ਕਿਉਂਕਿ ਗੋਲ ਕੋਈ ਹੈ ਹੀ ਨਹੀਂ। ਐਸੀ ਚੀਜ਼ ਰੋਜ਼ ਕਲਾਸ ਦੇ ਵਿੱਚ ਵਿਚਾਰ ਰਹੇ ਹਾਂ ਕਿ ਆਮ ਜੋ ਬਹੁ ਗਿਣਤੀ ਮਨੁੱਖਾਂ ਦੀ ਹੈ, ਉਹਨਾਂ ਦਾ ਗੋਲ ਨਹੀਂ ਹੈ ਕਿ ਸਾਡੀ ਮੈਂਟੈਲਿਟੀ ਕੈਸੀ ਹੋਵੇ, ਬੌਧਿਕ ਵਿਕਾਸ ਕੈਸਾ ਹੋਵੇ, ਸਾਡੀ ਵਰਡਿੰਗ ਕੈਸੀ ਹੋਵੇ, ਜੀਵਨ ਸਾਡਾ ਕੈਸਾ ਹੋਵੇ। ਯਾਨੀ ਸਚਿਆਰਤਾ ਦਾ ਗੋਲ ਨਹੀਂ ਹੈ ਨਾ ਬਹੁਤ ਜ਼ਿਆਦਿਆਂ ਦਾ। ਹੁਣ ਜਦੋਂ ਸਚਿਆਰ ਹੋਣ ਦਾ ਗੋਲ ਹੀ ਨਹੀਂ ਹੈ ਤਾਂ ਫਿਰ ਬੰਦਾ ਵਿਸ਼ੇ ਵਿਕਾਰ ਹੀ ਕਮਾਏਗਾ। ਤੇ ਜਿਸ ਦਾ ਗੋਲ ਸਚਿਆਰ ਹੋ ਗਿਆ ਕਿ ਮੈਂ ਸਚਿਆਰ ਬਣਨਾ, ਸਚਿਆਰਤਾ ਦੇ ਰਾਹ ਤੇ ਚੱਲਣਾ, ਮੈਂ ਜਿੰਨੇ ਵੀ ਕਰਮ ਕਰਨੇ ਨੇ ਉਹਨਾਂ ਸਾਰਿਆਂ ਦਾ ਬੇਸ ਸੱਚ ਹੋਏਗਾ। ਚਾਹੇ ਉਹ ਮੇਰੀ ਪਰਸਨਲ ਲਾਈਫ ਹੈ, ਚਾਹੇ ਮੇਰੀ ਫੈਮਿਲੀ ਲਾਈਫ ਹੈ, ਸੋਸ਼ਲ ਲਾਈਫ ਹੈ, ਰਾਜਨੀਤੀ ਦੀ ਮੇਰੀ ਜ਼ਿੰਦਗੀ ਹੈ, ਜਾਂ ਅਰਥ ਵਿਵਸਥਾ ਵਿੱਚ ਮੈਂ ਜੀ ਰਿਹਾ, ਜਾਂ ਧਰਮ ਦੀ ਦੁਨੀਆ ਵਿੱਚ ਜੀ ਰਿਹਾ, ਸਾਰਿਆਂ ਦਾ ਬੇਸ ਸੱਚ ਹੋਏਗਾ, ਮਨ ਔਰ ਬਚਨ ਕਰਮ ਕਰਕੇ। ਹੁਣ ਜਦੋਂ ਇਹ ਬੇਸ ਬਣ ਗਿਆ ਤਾਂ ਬੰਦਾ ਭਟਕੇਗਾ ਹੀ ਨਹੀਂ ਇੱਧਰ ਉੱਧਰ, ਉਹਦੀ ਭਟਕਣਾ ਮੁੱਕ ਜਾਏਗੀ। ਇਸ ਲਈ ਗੁਰੂ ਜੀ ਕਹਿੰਦੇ ਨੇ ਗੁਰੂ ਦੇ ਸ਼ਬਦ ਰਾਹੀਂ ਵਿਚਾਰ ਕਰ, ਫਿਰ ਤੇਰੇ ਮਨ ਦੀ ਭਟਕਣਾ ਮਿਟੇਗੀ, ਫਿਰ ਤੈਨੂੰ ਟਿਕਾਵ ਮਿਲੇਗਾ, ਫਿਰ ਤੈਨੂੰ ਮਹਾਨ ਉੱਚੇ ਆਚਰਨ ਔਰ ਆਦਰਸ਼ ਵਾਲਾ ਗੋਲ ਮਿਲੇਗਾ। ਮੁੰਦ ਸੁਹਾਵੀ ਸੋਹਣੀ ਜਿਸ ਘਰ ਸਹਿਜ ਪਧਾਰ। ਘਰ ਦਾ ਮਤਲਬ ਹਿਰਦੇ ਵਿੱਚ, ਸਹਿਜ ਦਾ ਮਤਲਬ ਆਤਮਕ ਅਵਸਥਾ ਦੇ ਕਾਰਨ,
ਸਹਿਜ ਦਾ ਮਤਲਬ ਆਤਮਕ ਅਵਸਥਾ ਦੇ ਕਾਰਨ, ਮੁੰਦ ਦਾ ਮਤਲਬ ਜੀਵ ਇਸਤਰੀ, ਸੁਹਾਵੀ ਸੋਹਣੀ ਦਾ ਮਤਲਬ ਸੁਨੱਖੀ ਸੁੰਦਰ ਜੀਵਨ ਵਾਲੀ। ਉਹ ਜੀਵ ਇਸਤਰੀ ਸੋਹਣੀ ਹੈ, ਉਹ ਜੀਵ ਇਸਤਰੀ ਸੁੰਦਰ ਹੈ, ਜਿਸ ਦੇ ਹਿਰਦੇ ਘਰ ਵਿੱਚ ਅਡੋਲ ਅਵਸਥਾ ਬਣ ਜਾਣ ਕਰਕੇ ਖਸਮ ਪ੍ਰਭੂ ਆਵਸਥਾ ਹੈ। ਉਹ ਜੀਵ ਸੋਹਣਾ ਹੈ, ਉਹ ਮਨੁੱਖ ਇਸਤਰੀ ਪੁਰਸ਼ ਕੋਈ ਵੀ, ਉਹੀ ਸੋਹਣਾ ਹੈ, ਉਹੀ ਸੁੰਦਰ ਹੈ, ਜਿਸ ਦੇ ਅੰਦਰ ਆਤਮਕ ਅਡੋਲਤਾ ਹੋਣ ਦੇ ਕਾਰਨ ਰੱਬ ਆਵਸਥਾ ਹੈ। ਹੁਣ ਦੇਖੋ, ਸਹਿਜ ਜਾਂ ਆਤਮਕ ਅਡੋਲਤਾ, ਅਸੀਂ ਇਹ ਚੀਜ਼ ਬਾਰ-ਬਾਰ ਵਿਚਾਰ ਰਹੇ ਹਾਂ। ਸਹਿਜ ਦਾ ਮਤਲਬ ਮਨ, ਬਚਨ ਔਰ ਕਰਮ ਦੀ ਇਕਸਾਰਤਾ ਹੈ। ਜਿਸ ਦੇ ਅੰਦਰ ਭਾਵਨਾ ਸੱਚੀ ਹੈ, ਬੋਲ ਸੱਚੇ ਨੇ, ਬਿਹੇਵੀਅਰ ਸੱਚਾ ਹੈ, ਉਹਦੇ ਘਰ ਦੇ ਅੰਦਰ ਰੱਬ ਆਵਸੇਗਾ। ਹੁਣ ਦੇਖੋ, ਪ੍ਰੋਬਲਮ ਇਹ ਨਹੀਂ ਕਿ ਸਾਡੇ ਹਿਰਦੇ ਵਿੱਚ ਰੱਬ ਕਿਉਂ ਨਹੀਂ ਵਸਦਾ। ਪ੍ਰੋਬਲਮ ਇਹ ਹੈ ਕਿ ਅਸੀਂ ਮਨ, ਬਚਨ, ਕਰਮ ਕਰਕੇ ਸੱਚੇ ਕਿਉਂ ਨਹੀਂ ਹੋ ਪਾ ਰਹੇ। ਜਦੋਂ ਕੋਈ ਮਨ, ਬਚਨ, ਕਰਮ ਕਰਕੇ ਸੱਚਾ ਹੁੰਦਾ ਹੈ, ਆਤਮਕ ਅਡੋਲਤਾ ਵਿੱਚ ਟਿਕ ਜਾਂਦਾ ਹੈ, ਤਾਂ ਉਹਦੇ ਹਿਰਦੇ ਵਿੱਚ ਰੱਬ ਆਵਸਥਾ ਹੈ। ਜਿਵੇਂ ਬਾਬਾ ਫਰੀਦ ਜੀ ਨੇ ਬੜੇ ਪਿਆਰ ਨਾਲ ਸਾਨੂੰ ਸਮਝਾਇਆ ਨਾ, ਆਪ ਸਵਾਰੇ ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹੇ, ਸਭ ਜਗ ਤੇਰਾ ਹੋ। ਤਾਂ ਉਹ ਇਨਸਾਨ, ਉਹ ਜੀਵ ਇਸਤਰੀ ਸੋਹਣੀ ਹੈ, ਉਹ ਸੁਨੱਖੀ ਹੈ, ਉਹ ਸੁੰਦਰ ਹੈ, ਜਿਸ ਦੇ ਹਿਰਦੇ ਘਰ ਵਿੱਚ ਅਡੋਲ ਅਵਸਥਾ ਬਣ ਜਾਣ ਕਰਕੇ ਖਸਮ ਪ੍ਰਭੂ ਆਵਸਥਾ ਹੈ। ਹੁਣ ਇਤਿਹਾਸ ਨੂੰ ਲੈ ਕੇ ਵੇਖੋ ਤਾਂ ਜਿਨ੍ਹਾਂ ਸਿੰਘਾਂ ਸਿੰਘਣੀਆਂ ਦਾ ਨਾਮ ਅਸੀਂ ਅਰਦਾਸ ਵਿੱਚ ਰੋਜ਼ ਲੈਂਦੇ ਹਾਂ, ਪੰਜਾਂ ਪਿਆਰਿਆਂ ਦਾ, ਹੋਰ ਸਿੰਘਾਂ ਸਿੰਘਣੀਆਂ ਦਾ, ਉਹਨਾਂ ਦੇ ਅੰਦਰ ਆਤਮਕ ਅਡੋਲਤਾ ਹੈ। ਮਨ, ਬਚਨ, ਕਰਮ ਕਰਕੇ ਉਹ ਸੱਚ ਦੇ ਧਾਰਨੀ ਨੇ, ਉਹ ਸੱਚ ਨੂੰ ਛੱਡ ਕੇ ਕਿਤੇ ਇਧਰ ਉਧਰ ਡੋਲਦੇ ਨਹੀਂ। ਤਾਂ ਉਹਨਾਂ ਦਾ ਜੀਵਨ ਸੋਹਣਾ ਹੈ, ਉਹਨਾਂ ਦਾ ਜੀਵਨ ਸੁੰਦਰ ਹੈ। ਉਹਨਾਂ ਦੀ ਉਦੋਂ ਵੀ ਸਿਫਤ ਸੀ, ਅੱਜ ਵੀ ਹੈ, ਆਉਣ ਵਾਲੇ ਟਾਈਮ ਦੇ ਵਿੱਚ ਵੀ ਉਹਨਾਂ ਦਾ ਨਾਮ ਮਾਨ, ਆਦਰ ਔਰ ਸਤਿਕਾਰ ਦੇ ਨਾਲ ਲਿਆ ਜਾਏਗਾ। ਇਸ ਲਈ ਜੇ ਕੋਈ ਵੀ ਇਨਸਾਨ ਚਾਹੁੰਦਾ ਹੈ ਕਿ ਉਸ ਦਾ ਜੀਵਨ ਸੁੰਦਰ ਬਣੇ, ਸੋਹਣਾ ਬਣੇ, ਤਾਂ ਉਹਨੂੰ ਆਤਮਕ ਅਡੋਲਤਾ ਵਿੱਚ ਟਿਕਣਾ ਚਾਹੀਦਾ ਹੈ। ਭਾਵ ਮਨ, ਬਚਨ, ਕਰਮ ਕਰਕੇ ਸੱਚ ਦੇ ਧਾਰਨੀ ਹੋਣਾ ਚਾਹੀਦਾ ਹੈ। ਨਾਨਕ ਸਾਹ ਤਨ ਰਾਵੀ ਹੈ, ਰਾਵੇ ਰਾਵਣ ਹਾਰ। ਸਾਤਨ ਦਾ ਮਤਲਬ ਇਸਤਰੀ, ਰਾਵੀ ਦਾ ਮਤਲਬ ਮਾਣੀ ਹੈ, ਰਾਵਣ ਹਾਰ ਦਾ ਮਤਲਬ ਭੋਗਣ ਵਾਲਾ ਪ੍ਰਭੂ। ਤਾਂ ਇਹ ਨਾਨਕ, ਉਹ ਜੀਵ ਇਸਤਰੀ ਨੂੰ ਚੋਜੀ ਪ੍ਰਭੂ ਆਪਣੇ ਨਾਲ ਮਿਲਾ ਲੈਂਦਾ ਹੈ। ਰਾਵਣ ਹਾਰ ਦਾ ਮਤਲਬ ਰਾਵਣ ਹਾਰ, ਚੋਜੀ, ਆਨੰਦੀ ਪ੍ਰਭੂ। ਰਾਵੀ ਦਾ ਮਤਲਬ ਮਾਣੀ ਦੀ ਹੈ। ਤਾਂ ਸਾਰੀ ਪੰਕਤੀ ਦਾ ਭਾਵ ਇਹ ਹੋਏਗਾ ਕਿ ਉਸ ਜੀਵ ਇਸਤਰੀ ਨੂੰ ਪ੍ਰਭੂ ਆਪਣੇ ਨਾਲ ਮਿਲਾ ਲੈਂਦਾ ਹੈ। ਕਿਹੜੀ ਜੀਵ ਇਸਤਰੀ ਨੂੰ? ਜੋ ਗੁਰੂ ਸ਼ਬਦ ਰਾਹੀਂ ਵਿਚਾਰ ਕਰਦੀ ਹੈ, ਜੋ ਗੁਰੂ ਸ਼ਬਦ ਰਾਹੀਂ ਮਨ, ਬਚਨ, ਕਰਮ ਕਰਕੇ ਆਪਣੇ ਜੀਵਨ ਨੂੰ ਸੋਹਣਾ ਸੁਨੱਖਾ ਬਣਾ ਲੈਂਦੀ ਹੈ, ਜਿਸ ਦੇ ਅੰਦਰ ਆਤਮਕ ਅਡੋਲਤਾ ਬਣ ਜਾਂਦੀ ਹੈ, ਉਹਨੂੰ ਪ੍ਰਭੂ ਆਪਣੇ ਨਾਲ ਮਿਲਾ ਲੈਂਦਾ ਹੈ, ਉਹ ਰੱਬ ਦੇ ਵਿੱਚ ਮਿਲ ਜਾਂਦਾ ਹੈ। ਪੌੜੀ, ਮੋਹ ਕੂੜ ਕੁਟੰਬ ਹੈ, ਮਨ ਮੁਗਧ ਰਤਾ। ਇੱਥੇ ਮੋਹ ਕੂੜ ਕੁਟੰਬ ਦਾ ਮਤਲਬ ਜੋ ਮੋਹ ਹੈ ਔਰ ਕੂੜ ਹੈ, ਜਿਸਨੇ ਮੋਹ ਔਰ ਕੂੜ ਨੂੰ ਆਪਣਾ ਪਰਿਵਾਰ ਬਣਾਇਆ ਹੋਇਆ ਹੈ। ਪਰਿਵਾਰ ਹੈ ਨਾ ਬੰਦੇ ਦਾ ਆਪਣਾ ਬਣਿਆ। ਕਿਸੇ ਨੇ ਸਤ, ਸੰਤੋਖ, ਦਇਆ, ਧਰਮ ਨੂੰ ਪਰਿਵਾਰ ਬਣਾਇਆ ਹੈ ਆਪਣਾ, ਔਰ ਕਿਸੇ ਨੇ ਝੂਠ ਔਰ ਫਰੇਬ ਔਰ ਮੋਹ ਨੂੰ ਆਪਣਾ ਪਰਿਵਾਰ ਬਣਾ ਲਿਆ ਹੈ। ਤਾਂ ਗੁਰੂ ਜੀ ਕਹਿੰਦੇ ਨੇ, ਮੋਹ, ਕੂੜ ਤੇ ਜੰਜਾਲ, ਮਨਮੁਖ ਮੁਗਧ ਰਤਾ, ਮੂਰਖ ਆਪ ਉਦਰਾ ਮਨੁੱਖ, ਇਹਦੇ ਅੰਦਰ ਰੰਗਿਆ ਹੋਇਆ ਹੈ। ਇਸ ਜਗਤ ਦੇ ਅੰਦਰ ਮੋਹ, ਕੂੜ ਤੇ ਕੁਟੰਬ ਦਾ ਮਤਲਬ ਜਿਹੜੇ ਹੋਰ ਜੰਜਾਲ ਨੇ ਵਿਸ਼ੇ ਵਿਕਾਰਾਂ ਦੇ, ਮੋਹ, ਕੂੜ ਤੇ ਐਸੇ ਹੋਰ ਜੰਜਾਲ ਜਿਨ੍ਹਾਂ ਨੇ ਮੋਹ ਕੂੜ ਨੂੰ ਹੀ ਆਪਣਾ ਪਰਿਵਾਰ ਸਮਝਿਆ ਹੈ, ਜੋ ਇਹਦੇ ਵਿੱਚ ਹੀ ਖਚਤ ਨੇ। ਮੂਰਖ ਮਨੁੱਖ ਇਹਨਾਂ ਦੇ ਵਿੱਚ ਰੱਤਾ ਰਹਿੰਦਾ ਹੈ। ਸੈਲਫਿਸ਼ਨੈਸ ਦੇ ਅੰਦਰ, ਝੂਠ ਦੇ ਅੰਦਰ, ਹੋਰ ਵਿਸ਼ੇ ਵਿਕਾਰਾਂ ਦੇ ਅੰਦਰ ਆਪ ਖੁਦਰਾ ਮਨੁੱਖ ਰੰਗਿਆ ਰਹਿੰਦਾ ਹੈ, ਖਚਤ ਰਹਿੰਦਾ ਹੈ, ਐਸੇ ਵਿਕਾਰ ਕਮਾਈ ਜਾਂਦਾ ਹੈ। ਹਉਮੈ ਮੇਰਾ ਕਰ ਮੁਏ, ਕਿਛ ਸਾਥ ਨਾ ਲਿੱਤਾ। ਹਉਮੈ ਮੇਰਾ ਮਤਲਬ ਮੈਂ ਵੱਡਾ ਹਾਂ, ਮੈਂ ਔਰ ਮੇਰੀ, ਮੈਂ ਹੀ ਸਭ ਤੋਂ ਵੱਡਾ ਹਾਂ, ਯਾਨੀ ਹੰਕਾਰ। ਤੇ ਮੇਰਾ ਦਾ ਮਤਲਬ ਮੇਰ ਤੇਰ, ਇਹ ਚੀਜ਼ ਮੇਰੀ ਹੈ, ਇਹ ਚੀਜ਼ ਤੇਰੀ ਹੈ। ਹੰਕਾਰ ਔਰ ਮੇਰ ਤੇਰ ਆਖ ਆਖ ਕੇ ਮਨੁੱਖ ਮੂਏ ਦਾ ਮਤਲਬ ਆਤਮਕ ਮੌਤੇ ਮਰ ਜਾਂਦਾ ਹੈ। ਕਿਛ ਸਾਥ ਨਾ ਲਿੱਤਾ, ਲੇਕਿਨ ਇਹ ਜਿਹੜੇ ਔਗਣ ਨੇ,
ਇਹ ਇਹਦੇ ਨਾਲ ਨਹੀਂ ਜਾਂਦੇ। ਇੱਕ ਤਾਂ ਜਿਹੜਾ ਧਨ ਦੌਲਤ ਤੇ ਮਰਨ ਵੇਲੇ ਕਿਸੇ ਦੇ ਨਾਲ ਨਹੀਂ ਜਾਂਦਾ, ਤੇ ਦੂਜੀ ਜੋ ਖਾਸ ਗੱਲ ਹੈ ਕਿ ਸਾਥ ਨਾ ਲਿੱਤਾ ਦਾ ਮਤਲਬ ਮੈਂ, ਮੇਰੀ ਔਰ ਹਉਮੈ, ਇਹਨਾਂ ਚੋਂ ਕਿਸੇ ਨੂੰ ਵੀ ਬੰਦੇ ਨੇ ਆਤਮਿਕ ਜੀਵਨ ਵਿੱਚ ਆਪਣੇ ਸਾਥ ਨਹੀਂ ਲਿਆ। ਭਾਵ ਇਹ ਆਤਮਿਕ ਜੀਵਨ ਦੇ ਅੰਦਰ ਸਾਥ ਨਹੀਂ ਦਿੰਦੇ। ਜੇ ਕੋਈ ਚਾਹੇ ਕਿ ਮੈਂ ਆਤਮਿਕ ਜੀਵਨ ਜੀਵਾਂ, ਰੱਬੀ ਗੁਣਾ ਵਾਲਾ ਜੀਵਨ ਜੀਵਾਂ ਔਰ ਹੰਕਾਰ ਔਰ ਮੈਂ ਮੇਰੀ ਨੂੰ ਵੀ ਨਾਲ ਰੱਖਾਂ, ਤਾਂ ਐਸਾ ਕਦੇ ਨਹੀਂ ਹੁੰਦਾ। ਮੈਂ ਮੇਰੀ ਨੂੰ, ਹਉਮੈ ਨੂੰ, ਮੇਰ ਤੇਰ ਨੂੰ ਤਿਆਗ ਕੇ ਹੀ ਆਤਮਿਕ ਜੀਵਨ ਜੀਵਿਆ ਜਾ ਸਕਦਾ ਹੈ। ਇਨਸਾਨੀ ਜ਼ਿੰਦਗੀ ਜੀਵੀ ਜਾ ਸਕਦੀ ਹੈ। ਦੇਖੋ, ਜੇ ਮੇਰੇ ਅੰਦਰ ਈਗੋ ਹੈ, ਮੈਂ ਆਪਣੇ ਆਪ ਨੂੰ ਉੱਚਾ ਵੱਡਾ ਸਮਝਦਾ ਹਾਂ, ਤਾਂ ਮੈਂ ਦੂਜਿਆਂ ਦੀਆਂ ਭਾਵਨਾਵਾਂ ਦੀ ਕਦਰ ਨਹੀਂ ਕਰਾਂਗਾ, ਦੂਜਿਆਂ ਨੂੰ ਮੈਂ ਨੀਵਾਂ ਦਿਖਾਵਾਂਗਾ। ਤੇ ਕਦੇ ਵੀ ਦੂਜਿਆਂ ਨੂੰ ਨੀਵਾਂ ਦਿਖਾਉਣ ਵਾਲਾ ਬੰਦਾ, ਦੂਜਿਆਂ ਦੀਆਂ ਸ਼ੁਭ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਬੰਦਾ ਚੰਗਾ ਨਹੀਂ ਹੋ ਸਕਦਾ। ਉਹ ਸੁਖੀ ਔਰ ਸ਼ਾਂਤ ਨਹੀਂ ਹੋ ਸਕਦਾ। ਉਹਨੂੰ ਇਨਸਾਨ ਨਹੀਂ ਕਿਹਾ ਜਾ ਸਕਦਾ। ਉਹ ਆਤਮਿਕ ਮੌਤ ਤੇ ਮਰ ਜਾਏਗਾ। ਇਸ ਲਈ ਜੇ ਇਨਸਾਨੀ ਜ਼ਿੰਦਗੀ ਜੀਣੀ ਹੈ, ਆਤਮਿਕ ਜੀਵਨ ਜੀਣਾ ਹੈ, ਪ੍ਰਭੂ ਮਿਲਾਪ ਦੇ ਰਾਹ ਤੇ ਤੁਰਨਾ ਹੈ, ਤਾਂ ਹੰਕਾਰ ਔਰ ਮੇਰ ਤੇਰ ਦੇ ਵਿਕਾਰਾਂ ਨੂੰ ਛੱਡਣਾ ਪਵੇਗਾ। ਮੈਂ ਮੇਰੀ ਨੂੰ ਕਿਸੇ ਨੇ ਵੀ ਆਤਮਿਕ ਜੀਵਨ ਵਿੱਚ ਸਾਥ ਨਹੀਂ ਲਿਆ। ਭਾਵ ਮੈਂ ਮੇਰੀ ਨੇ ਕਿਸੇ ਦਾ ਵੀ ਆਤਮਿਕ ਜੀਵਨ ਦੇ ਅੰਦਰ ਸਾਥ ਨਹੀਂ ਨਿਭਾਇਆ। ਸਿਰ ਉੱਪਰ ਜਮਕਾਲ ਨਾ ਸੁਝਈ, ਦੂਜੇ ਪਰਮਿਤਾ। ਪਰਮਿਤਾ ਦਾ ਮਤਲਬ ਭਰਮ ਦਾ ਹੈ, ਜਮਕਾਲ ਦਾ ਮਤਲਬ ਜਮਕਾਲ ਨੇ। ਸਿਰ ਉੱਪਰ ਜਮਕਾਲ ਨਾ ਸੁਝਈ। ਹੁਣ ਮਾਇਆ ਵਿੱਚ ਭਟਕਣ ਦੇ ਕਾਰਨ ਸਿਰ ਤੇ ਮੌਤ ਖਲੋਤੀ ਵੀ ਨਹੀਂ ਸੁਝਦੀ। ਜਿਹੜਾ ਬੰਦਾ ਮਾਇਆ ਵਿੱਚ ਭਟਕ ਰਿਹਾ ਹੈ, ਮਾਇਆ ਵਾਲੀ ਸੋਚ ਅੰਦਰ, ਜਿਹਦੇ ਅੰਦਰ ਮੈਂ ਮੇਰੀ ਹੈ, ਜਿਹਦੇ ਅੰਦਰ ਵਿਕਾਰਾਂ ਦੀ ਭਾਵਨਾ ਹੈ, ਅੰਦਰ ਇਨਸਾਨੀਅਤ ਨਹੀਂ, ਅੰਦਰ ਸ਼ੁਭ ਗੁਣ ਨਹੀਂ, ਅੰਦਰ ਚੰਗੀ ਸੋਚ ਵਿਚਾਰ ਨਹੀਂ, ਗੁਰੂ ਦੇ ਗਿਆਨ ਮੁਤਾਬਕ ਜੋ ਜ਼ਿੰਦਗੀ ਨਹੀਂ ਜੀ ਰਿਹਾ, ਉਹਨੂੰ ਮੌਤ ਨਹੀਂ ਸੁਝਦੀ। ਉਹ ਭਟਕਿਆ ਹੋਇਆ ਹੈ ਜੀਵਨ ਦੇ ਅਸਲ ਮਾਰਗ ਤੋਂ। ਨਾ ਤੇ ਉਹਨੂੰ ਸਰੀਰਕ ਮੌਤ ਹੀ ਯਾਦ ਹੈ। ਜੇ ਸਰੀਰਕ ਮੌਤ ਵੀ ਬੰਦੇ ਨੂੰ ਯਾਦ ਹੋਏ ਨਾ ਕਿ ਮੈਂ ਮਰ ਜਾਣਾ ਹੈ, ਤਾਂ ਹੋ ਸਕਦਾ ਹੈ ਬੰਦਾ ਫਿਰ ਵੀ ਬਹੁਤ ਜ਼ਿਆਦਾ ਵਿਕਾਰ ਪਾਪ ਕਰਮ ਨਾ ਕਰੇ ਕਿ ਜਦੋਂ ਮਰ ਹੀ ਜਾਣਾ ਹੈ ਤਾਂ ਕਿਉਂ ਵਿਸ਼ੇ ਵਿਕਾਰ। ਪਹਿਲੀ ਗੱਲ। ਤੇ ਦੂਜੀ ਗੱਲ ਹੈ, ਜੇ ਆਤਮਿਕ ਮੌਤ ਨੂੰ ਬੰਦਾ ਚੇਤੇ ਰੱਖੇ ਨਾ ਕਿ ਵਿਕਾਰ ਕਮਾਨ ਦੇ ਨਾਲ ਮੇਰੇ ਅੰਦਰੋਂ ਆਤਮਿਕ ਮੌਤ ਹੋ ਜਾਏਗੀ, ਇਨਸਾਨੀਅਤ ਮਰ ਜਾਏਗੀ, ਜ਼ਮੀਰ ਮਰ ਜਾਏਗੀ, ਤਾਂ ਫਿਰ ਬੰਦਾ ਐਸੇ ਕਰਮ ਕਦੇ ਵੀ ਨਹੀਂ ਕਰਦਾ। ਮਾੜੇ ਕਰਮ ਉਹੀ ਕਰਦਾ ਹੈ ਜੋ ਆਤਮਿਕ ਮੌਤ ਦੀ ਪਰਵਾਹ ਨਹੀਂ ਕਰਦਾ, ਜੋ ਜ਼ਮੀਰ ਦੀ ਪਰਵਾਹ ਨਹੀਂ ਕਰਦਾ, ਇਨਸਾਨੀਅਤ ਦੀ ਪਰਵਾਹ ਨਹੀਂ ਕਰਦਾ, ਜੋ ਲਾਪਰਵਾਹ ਹੈ ਇਹਨਾਂ ਚੀਜ਼ਾਂ ਵੱਲੋਂ। ਤਾਂ ਗੁਰੂ ਜੀ ਕਹਿੰਦੇ ਨੇ ਸਿਰ ਦੇ ਉੱਤੇ ਆਤਮਿਕ ਮੌਤ ਖੜੀ ਹੈ। ਪਤਾ ਹੈ ਕਿ ਵਿਸ਼ੇ ਵਿਕਾਰ ਕਮਾਨ ਦੇ ਨਾਲ ਆਤਮਿਕ ਮੌਤ ਹੋ ਜਾਏਗੀ, ਜ਼ਮੀਰ ਮਰ ਜਾਏਗੀ, ਇਨਸਾਨੀਅਤ ਮਰ ਜਾਏਗੀ, ਲੇਕਿਨ ਰੱਬ ਨੂੰ ਛੱਡ ਕੇ ਇਹ ਬੰਦਾ ਫਿਰ ਵੀ ਵਿਸ਼ੇ ਵਿਕਾਰਾਂ ਦੇ ਅੰਦਰ ਭਟਕਦਾ ਰਹਿੰਦਾ ਹੈ ਔਰ ਆਖਿਰ ਆਤਮਿਕ ਮੌਤ ਤੇ ਮਰ ਜਾਂਦਾ ਹੈ। ਫਿਰ ਵੇਲਾ ਹੱਥ ਨਾ ਆਵਈ, ਜਮਕਾਲ ਵਸ ਕੀਤਾ। ਤੇ ਜਦੋਂ ਮੌਤ ਨੇ ਆ ਨੱਪਿਆ, ਤਦੋਂ ਗਵਾਚਿਆ ਹੋਇਆ ਸਮਾਂ ਫਿਰ ਵਾਪਸ ਨਹੀਂ ਆਉਂਦਾ। ਫਿਰ ਵੇਲਾ ਹੱਥ ਨਾ ਆਵੇ। ਹੁਣ ਵੇਲਾ ਹੱਥ ਨਹੀਂ ਨਾ ਆ ਸਕਦਾ। ਮੈਂ ਹੁਣ ਤੁਹਾਡੇ ਸਾਹਮਣੇ ਕੋਈ ਝੂਠ ਬੋਲ ਦਿੱਤਾ, ਤਾਂ ਹੁਣ ਮੈਂ ਝੂਠ ਬੋਲ ਚੁੱਕਾ ਹਾਂ। ਉਹ ਵੇਲਾ ਵਾਪਸ ਨਹੀਂ ਆ ਸਕਦਾ ਕਿ ਮੈਂ ਉਹ ਵਾਪਸ ਵੇਲਾ ਆ ਜਾਏ ਤੇ ਮੈਂ ਉਹਦੇ ਵਿੱਚ ਕੁਝ ਤਬਦੀਲੀ ਕਰ ਦਵਾਂ। ਹੁਣ ਝੂਠ ਦਾ ਜੋ ਰਿਜ਼ਲਟ ਨਿਕਲੇਗਾ ਉਹ ਮੈਨੂੰ ਭੁਗਤਣਾ ਹੀ ਪੈਣਾ ਹੈ। ਤੁਹਾਡੇ ਤੋਂ ਹੁਣ ਮੇਰੀ ਦੂਰੀ ਵਧੇਗੀ ਹੀ ਵਧੇਗੀ, ਕਿਉਂਕਿ ਮੈਂ ਝੂਠ ਬੋਲ ਚੁੱਕਾ, ਲਾਲਚ ਕਰ ਚੁੱਕਾ ਜਾਂ ਮਾੜਾ ਕਰਮ ਕਰ ਚੁੱਕਾ ਹਾਂ। ਤਾਂ ਉਹਨੂੰ ਹੁਣ ਵਾਪਸ ਪਰਤਾਉਣ ਵਾਸਤੇ ਸਮੇਂ ਨੇ ਤੇ ਵਾਪਸ ਆਉਣਾ ਨਹੀਂ। ਇਸ ਲਈ ਗੁਰਦੇਵ ਸਾਨੂੰ ਇੱਥੇ ਸਮਝਾ ਰਹੇ ਨੇ ਕਿ ਜਦੋਂ ਆਤਮਿਕ ਮੌਤ ਆਈ ਜਾਂਦੀ ਹੈ ਤਾਂ ਫਿਰ ਉਹ ਬੀਤਿਆ ਹੋਇਆ ਸਮਾਂ ਵਾਪਸ ਨਹੀਂ ਆਉਂਦਾ, ਮੁੜ ਕੇ ਪਛਤਾਣ ਦਾ ਕੋਈ ਲਾਭ ਨਹੀਂ ਹੈ। ਇਸ ਲਈ ਹਰ ਪਲ ਨੂੰ ਸੋਚ ਸਮਝ ਕੇ ਗੁਜ਼ਾਰਨਾ ਚਾਹੀਦਾ ਹੈ। ਗੁਰਦੇਵ ਪਾਤਸ਼ਾਹ ਜੀ ਨੇ ਸਾਨੂੰ ਬੜੇ ਪਿਆਰ ਨਾਲ ਆਸਾ ਕੀ ਵਾਰ ਵਿੱਚ ਸਮਝਾਇਆ ਹੈ। ਅਸੀਂ ਵਿਚਾਰ ਕੀਤੀ ਸੀ ਨਾ, ਦੇ ਲੰਮੀ ਨਜ਼ਰ ਨਿਹਾਲੀ ਹੈ, ਦੂਰ ਦ੍ਰਿਸ਼ਟਾ ਬਣੋ ਕਿ ਮੇਰੇ ਬੋਲਾਂ ਦਾ, ਮੇਰੇ ਬਿਹੇਵੀਅਰ ਦਾ ਨਤੀਜਾ ਕੀ ਨਿਕਲੇਗਾ ਮੇਰੀ ਪਰਸਨਲ ਲਾਈਫ ਲਈ, ਫੈਮਿਲੀ ਲਾਈਫ ਲਈ ਔਰ ਸੋਸ਼ਲ ਲਾਈਫ ਵਾਸਤੇ। ਕੀ ਨਤੀਜਾ ਨਿਕਲੇਗਾ ਮੇਰੇ ਬਿਹੇਵੀਅਰ ਦਾ, ਮੇਰੇ ਬੋਲਾਂ ਦਾ, ਮੇਰੀ ਸੋਚ ਦਾ, ਸਮਾਜ ਦੇ ਉੱਤੇ ਕੀ ਅਸਰ ਪਵੇਗਾ, ਮੇਰੀ ਆਉਣ ਵਾਲੀ ਜ਼ਿੰਦਗੀ ਕੈਸੀ ਹੋਵੇਗੀ, ਇਹਦਾ ਨਫਾ ਨੁਕਸਾਨ ਕੀ ਹੋਏਗਾ। ਤਾਂ ਬੰਦੇ ਨੂੰ ਸੋਚ ਲੈਣਾ ਚਾਹੀਦਾ।
ਨਰ ਅਚੇਤ ਪਾਪ ਤੇ ਡਰ ਰਹੇ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਪਾਪ ਕਰਮਾਂ ਤੋਂ ਡਰੋ, ਮਤਲਬ ਸੋਚ ਵਿਚਾਰ ਕੇ ਕਰਮ ਕਰੋ। ਕਹੇ ਕਬੀਰ ਕਿਛ ਗੁਣ ਵਿਚਾਰ, ਇੱਥੇ ਗੁਣ ਦਾ ਮਤਲਬ ਹੈ ਨਤੀਜਾ। ਭਗਤ ਕਬੀਰ ਜੀ ਕਹਿੰਦੇ ਨੇ ਕਿ ਆਪਣਾ ਕੋਈ ਵੀ ਕਰਮ ਕਰਨ ਤੋਂ ਪਹਿਲਾਂ ਉਹਦੇ ਨਤੀਜੇ ਬਾਰੇ ਜ਼ਰੂਰ ਵਿਚਾਰ ਕਰੋ ਕਿ ਇਸ ਦਾ ਨਤੀਜਾ ਕੀ ਨਿਕਲੇਗਾ। ਜਿਸ ਦਾ ਨਤੀਜਾ ਮਾੜਾ ਨਿਕਲਣਾ ਹੈ, ਜਿਸ ਦਾ ਨਤੀਜਾ ਦੁੱਖ ਰੂਪ ਵਿੱਚ ਨਿਕਲਣਾ ਹੈ, ਉਹ ਕੰਮ ਨਾ ਕਰੋ। ਤਾਂ ਗੁਰੂ ਜੀ ਕਹਿੰਦੇ ਨੇ ਅਖੀਰ ਬੰਦਾ ਆਤਮਿਕ ਮੌਤ ਤੇ ਮਰ ਜਾਂਦਾ ਹੈ, ਉਹਦਾ ਬੀਤਿਆ ਹੋਇਆ ਸਮਾਂ ਵਾਪਸ ਨਹੀਂ ਆਉਂਦਾ। ਤੇ ਇਹ ਸਾਡੀ ਜ਼ਿੰਦਗੀ ਦੇ ਅੰਦਰ ਹਰ ਥਾਂ ਦੇ ਉੱਤੇ ਹਰ ਇਨਸਾਨ ਤੇ ਲਾਗੂ ਹੈ। ਜੇ ਕੋਈ ਬੱਚਾ ਠੀਕ ਪੜ੍ਹਾਈ ਨਹੀਂ ਕਰ ਰਿਹਾ ਤਾਂ ਫਿਰ ਉਹ ਵੇਲਾ ਹੱਥ ਨਹੀਂ ਆਉਣਾ, ਆਉਣ ਵਾਲੇ ਟਾਈਮ ਵਿੱਚ ਫੇਲ ਹੋ ਜਾਏਗਾ। ਜੇ ਅਸੀਂ ਆਪਣੇ ਸਮੇਂ ਨੂੰ ਬਰਬਾਦ ਕਰ ਰਹੇ ਹਾਂ ਤਾਂ ਫਿਰ ਇਹ ਬਰਬਾਦ ਕੀਤਾ ਹੋਇਆ ਸਮਾਂ ਹੀ ਸਾਡੀ ਬਰਬਾਦੀ ਦਾ ਕਾਰਨ ਬਣ ਜਾਏਗਾ। ਜੇਹਾ ਧੁਰ ਲਿਖ ਪਾਇਓਨ ਸੇ ਕਰਮ ਕਮਿੱਤਾ। ਹੁਣ ਜੈਸਾ ਧੁਰ ਤੋਂ ਲਿਖਿਆ ਹੈ ਵੈਸੇ ਹੀ ਬੰਦਾ ਕਰਮ ਕਰਦਾ ਹੈ। ਜੈਸਾ ਧੁਰ ਤੋਂ ਲਿਖਿਆ ਹੈ ਵੈਸੇ ਹੀ ਬੰਦਾ ਕਰਮ ਕਰੀ ਜਾਂਦਾ ਹੈ। ਧੁਰ ਤੋਂ ਦਾ ਮਤਲਬ ਸ਼ੁਰੂ ਤੋਂ, ਸਾਡੇ ਜੀਵਨ ਦੀ ਸ਼ੁਰੂਆਤ। ਤੇ ਕਰਮ ਜੈਸੇ ਲਿਖੇ ਨੇ ਵੈਸਾ ਹੀ ਬੰਦਾ ਕਰੀ ਜਾਂਦਾ ਹੈ। ਇਹ ਚੀਜ਼ਾਂ ਆਪਾਂ ਪਹਿਲਾਂ ਕਈ ਵਾਰ ਐਕਸਪਲੇਨ ਕਰ ਚੁੱਕੇ ਹਾਂ ਕਿ ਕੋਈ ਵੀ ਇਸ ਦੁਨੀਆ ਦੇ ਅੰਦਰ ਇਵੈਂਟ ਹੈ ਤਾਂ ਉਸ ਇਵੈਂਟ ਨੂੰ ਤੁਸੀਂ ਕਿਸ ਰੂਪ ਵਿੱਚ ਵੇਖਦੇ ਹੋ। ਹਰ ਇਵੈਂਟ ਤੋਂ ਸਾਡੇ ਅੰਦਰ ਥਾਟਸ ਪੈਦਾ ਹੁੰਦੇ ਨੇ, ਵਿਚਾਰ ਪੈਦਾ ਹੁੰਦੇ ਨੇ। ਹਰ ਵਿਚਾਰ ਤੋਂ, ਹਰ ਥਾਟਸ ਤੋਂ ਸਾਡੇ ਅੰਦਰ ਇਮੋਸ਼ਨਸ, ਭਾਵਨਾਵਾਂ ਪੈਦਾ ਹੁੰਦੀਆਂ ਨੇ। ਤੇ ਸਾਡੇ ਜੋ ਇਮੋਸ਼ਨ, ਜੋ ਭਾਵਨਾਵਾਂ ਨੇ, ਉਹ ਸਾਡਾ ਬਿਹੇਵੀਅਰ ਬਣਾਉਂਦੇ ਨੇ। ਬਿਹੇਵੀਅਰ ਤੋਂ ਇੱਕ ਨਵਾਂ ਇਵੈਂਟ ਪੈਦਾ ਹੁੰਦਾ ਹੈ। ਨਵੇਂ ਇਵੈਂਟ ਤੋਂ ਨਵੇਂ ਥਾਟਸ, ਨਵੇਂ ਥਾਟਸ ਤੋਂ ਨਵਾਂ ਇਮੋਸ਼ਨਸ, ਨਵੇਂ ਇਮੋਸ਼ਨਸ ਤੋਂ ਨਵਾਂ ਬਿਹੇਵੀਅਰ। ਇੱਕ ਸਰਕਲ ਚੱਲ ਜਾਂਦਾ ਹੈ ਜਿਸ ਨੂੰ ਕਹਿੰਦੇ ਨੇ ਨਿਊਰੋਨਲ ਪੈਟਰਨ, ਜਿਹੜਾ ਸਾਡਾ ਸੁਭਾਅ ਬਣਾਉਂਦਾ ਹੈ, ਜੋ ਸਾਡੀਆਂ ਆਦਤਾਂ ਬਣਾਉਂਦਾ ਹੈ। ਹੁਣ ਜੈਸੀ ਸੋਚ ਬਣ ਗਈ, ਜੈਸੀ ਸੋਚ ਬਣ ਗਈ ਵੈਸਾ ਹੀ ਬੰਦਾ ਫਿਰ ਕਰੀ ਜਾਂਦਾ ਹੈ, ਵੈਸੇ ਹੀ ਕੰਮ ਕਰੀ ਜਾਂਦਾ ਹੈ। ਤੇ ਜੈਸੇ ਕੰਮ ਕਰਦਾ ਹੈ ਵੈਸਾ ਹੀ ਰਿਜ਼ਲਟ ਨਿਕਲੀ ਜਾਂਦਾ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ ਜਿਹੋ ਜੇ ਕਿਸੇ ਦੇ ਅੰਦਰ ਸੰਸਕਾਰ ਨੇ ਉਹੋ ਜਿਹੀ ਬੰਦਾ ਫਿਰ ਕਰਮ ਅੱਗੇ ਅੱਗੇ ਕਰੀ ਜਾਂਦਾ ਹੈ ਔਰ ਵੈਸਾ ਹੀ ਉਹਦਾ ਰਿਜ਼ਲਟ ਨਿਕਲੀ ਜਾਂਦਾ। ਇਸ ਲਈ ਸਾਨੂੰ ਕੋਈ ਵੀ ਗੱਲਬਾਤ ਕਰਨ ਤੋਂ ਪਹਿਲਾਂ ਇਹਨਾਂ ਚੀਜ਼ਾਂ ਵੱਲ ਧਿਆਨ ਰੱਖਣਾ ਚਾਹੀਦਾ ਹੈ ਕਿ ਜੋ ਅਸੀਂ ਨਿੱਕੀ ਜਿਹੀ ਗੱਲ ਵੀ ਕਹਿ ਰਹੇ ਹਾਂ ਇਹਦਾ ਰਿਜ਼ਲਟ ਕਿੰਨਾ ਵੱਡਾ ਨਿਕਲ ਸਕਦਾ ਹੈ, ਚੰਗੇ ਰੂਪ ਵਿੱਚ ਵੀ ਔਰ ਮਾੜੇ ਰੂਪ ਵਿੱਚ ਵੀ। ਜਿਵੇਂ ਮੈਂ ਬਾਰ-ਬਾਰ ਬੇਨਤੀ ਕਰ ਰਿਹਾ ਕਿ ਅਸੀਂ ਆਪਣੇ ਬੱਚਿਆਂ ਨੂੰ ਕਹਿ ਦਿੰਦੇ ਹਾਂ ਵੀ ਬੇਟਾ ਤੇਰੇ ਤੋਂ ਇਹ ਕੰਮ ਨਹੀਂ ਹੋਣਾ, ਤੂੰ ਇਸ ਕੰਮ ਵਿੱਚ ਕਾਮਯਾਬ ਨਹੀਂ ਹੋ ਸਕਦਾ। ਹੁਣ ਉਸ ਬੱਚੇ ਨੇ ਗੱਲ ਮੰਨ ਲਈ ਕਿ ਮੇਰੀ ਮਾਂ ਹੈ ਜਾਂ ਮੇਰਾ ਪਿਓ ਹੈ ਤਾਂ ਠੀਕ ਹੀ ਕਹਿ ਰਿਹਾ ਕਿ ਮੈਂ ਕਾਮਯਾਬ ਨਹੀਂ ਹੋ ਸਕਦਾ। ਹੁਣ ਇਹ ਬੀਜ ਬਣਾ ਦਿੱਤਾ ਨਾ, ਸਾਡੇ ਅੰਦਰ ਬੀਜ ਦਿੱਤਾ ਨਿੱਕਾ ਜਿਹਾ। ਜਦੋਂ ਵੀ ਹੁਣ ਉਹ ਕੰਮ ਕਰਨ ਲੱਗਦਾ ਅੰਦਰੋਂ ਆਵਾਜ਼ ਆਉਂਦੀ ਹੈ ਕਿ ਮੈਂ ਕਾਮਯਾਬ ਨਹੀਂ ਹੋ ਸਕਦਾ, ਉਸ ਕੰਮ ਨੂੰ ਛੱਡ ਦਿੰਦਾ ਹੈ। ਉਹ ਕਾਮਯਾਬ ਜ਼ਿੰਦਗੀ 'ਚ ਨਹੀਂ ਹੁੰਦਾ। ਤੇ ਫਿਰ ਜਦੋਂ ਵੱਡਾ ਹੋ ਜਾਂਦਾ ਅਸੀਂ ਉਸ ਬੱਚੇ ਤੇ ਦੋਸ਼ ਦਿੰਨੇ ਆ ਕਿ ਇਹ ਕਾਮਯਾਬ ਨਹੀਂ ਹੋਇਆ, ਤਾਂ ਉਹਦੇ ਵਿੱਚ ਕਿਤੇ ਨਾ ਕਿਤੇ ਸਾਡਾ ਵੀ ਬਹੁਤ ਵੱਡਾ ਹੱਥ ਹੈ, ਜਿਨ੍ਹਾਂ ਨੇ ਉਹਦੇ ਅੰਦਰ ਇੱਕ ਨਿੱਕਾ ਜਿਹਾ ਬੀਜ ਦਿੱਤਾ। ਇਹਨੂੰ ਕਹਿੰਦੇ ਨੇ ਧੁਰ ਲਿਖ ਪਾਇਆ। ਜੋ ਅਸੀਂ ਬੀਜ ਰਹੇ ਹਾਂ ਉਹਨਾਂ ਬੀਜਾਂ ਨੇ ਰੁੱਖ ਬਣਨਾ ਹੈ, ਉਹਨਾਂ ਨੇ ਸਾਨੂੰ ਫਲ ਦੇਣੇ ਨੇ। ਇਸ ਲਈ ਆਪਣੇ ਅੰਦਰ ਚੰਗੇ ਬੀਜ ਬੀਜੋ, ਆਪਣੇ ਅੰਦਰ ਸ਼ੁਭ ਗੁਣਾਂ ਦੇ ਬੀਜ ਬੀਜੋ। ਜਿਹਾ ਬੀਜੈ ਸੋ ਲੁਣੈ। ਸ਼ਲੋਕ ਮਹਿਲਾ ਤੀਜਾ। ਸਤੀਆਂ ਇਹ ਨਾ ਆਖੀਆਂ ਜੋ ਮੜਿਆਂ ਲੱਗ ਜਲਨ। ਇਹ ਸ਼ਬਦ ਨੂੰ ਸਤੀਆ ਨਹੀਂ ਪੜਨਾ, ਇੱਥੇ ਬਿੰਦੀ ਲਗਾ ਕੇ ਪੜਨਾ ਹੈ ਸਤੀਆਂ। ਸਤੀ ਉਹ ਇਸਤਰੀ ਜੋ ਆਪਣੇ ਪਤੀ ਦੇ ਮਰਨ ਤੇ ਉਹਦੇ ਨਾਲ ਹੀ ਚਿਖਾ ਵਿੱਚ ਸੜ ਕੇ ਮਰ ਜਾਂਦੀ ਸੀ। ਪਹਿਲਾਂ ਇਹ ਰਿਵਾਜ ਸੀ, ਇੱਥੇ ਚੱਲਦੀ ਰਹੀ ਹੈ ਧਾਰਮਿਕ ਤੌਰ ਤੇ ਮਰਿਆਦਾ ਇੰਡੀਆ ਦੇ ਅੰਦਰ, ਕਿ ਜੇ ਕਿਸੇ ਔਰਤ ਦਾ ਪਤੀ ਮਰ ਜਾਂਦਾ ਸੀ ਤਾਂ ਉਹਨੂੰ ਪਤੀ ਦੇ ਨਾਲ ਜਿੰਦਾ ਜਲਾ ਦਿੰਦੇ ਸੀ, ਉਹਨੂੰ ਸਤੀ ਕਹਿੰਦੇ ਸੀ। ਮੜਿਆਂ ਦਾ ਮਤਲਬ ਮੜ, ਲੋਥ, ਲਾਸ਼। ਇੱਥੇ ਮੜਿਆਂ ਦਾ ਮਤਲਬ ਹੈ ਲਾਸ਼, ਮੜ ਦਾ ਮਤਲਬ ਹੁੰਦਾ ਹੈ ਲਾਸ਼। ਇਹ ਚੀਜ਼ ਨੋਟ ਕਰਨੀ ਤੇ ਨੋਟ ਕਰ ਲਓ, ਮੜਿਆ ਲਾਸ਼, ਮੜਿਆਂ ਲਾਸ਼ਾਂ। ਉਹ ਇਸਤਰੀਆਂ ਸਤੀ ਹੋ ਗਈਆਂ ਨਹੀਂ ਆਖੀ ਦੀਆਂ ਜੋ ਪਤੀ ਦੇ ਲੋਥ ਦੇ ਨਾਲ ਸੜ ਕੇ ਮਰ ਜਾਂਦੀਆਂ ਨੇ, ਉਹਨਾਂ ਨੂੰ ਸਤੀਆਂ ਨਹੀਂ ਕਹਿ ਸਕਦੇ। ਇੱਕ ਬਹੁਤ ਗਲਤ ਰਿਵਾਜ ਸੀ ਔਰ ਇਹ ਔਰਤਾਂ ਦੇ ਉੱਤੇ ਧਰਮ ਦੇ ਨਾਮ ਤੇ ਬੜਾ ਵੱਡਾ ਅਤਿਆਚਾਰ ਸੀ। ਤੇ ਗੁਰੂ ਜੀ ਨੇ ਇਸ ਰਸਮ ਦੇ ਖਿਲਾਫ
आवाज उठाई और गुरु अमरदास जी के समय जो इतिहासकार लिखते ने कि अकबर ਨੂੰ ਕਹਿ ਕੇ ਇਹਦੇ ਖਿਲਾਫ ਕਾਨੂੰਨ ਵੀ ਪਾਸ ਕਰਾ ਦਿੱਤਾ ਸੀ, ਹੋ ਗਿਆ ਸੀ। ਖੈਰ ਇੱਕ ਵੱਖਰਾ ਟੌਪਿਕ ਹੈ, ਪਰ ਗੁਰੂ ਜੀ ਇਸ ਰਸਮ ਨੂੰ ਬਿਲਕੁਲ ਨਕਾਰਿਆ, ਜਿਸ ਕਰਕੇ ਔਰਤਾਂ ਦੇ ਉੱਤੇ ਜਿਹੜਾ ਹੈ ਅਤਿਆਚਾਰ ਬੰਦ ਹੋਇਆ ਔਰ ਔਰਤਾਂ ਨੂੰ ਸੁੱਖ ਦਾ ਸਾਹ ਆਇਆ, ਔਰਤਾਂ ਨੂੰ ਮਾਣ ਆਦਰ ਔਰ ਸਤਿਕਾਰ ਮਿਲਿਆ। ਇਹ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਰਹਿਮਤ ਔਰ ਬਖਸ਼ਿਸ਼ ਹੈ, ਜਿਨ੍ਹਾਂ ਨੇ ਇਸ ਆਵਾਜ਼ ਨੂੰ ਬੁਲੰਦ ਕੀਤਾ, ਇਸ ਆਵਾਜ਼ ਨੂੰ ਉਠਾਇਆ ਔਰ ਲੋਕਾਂ ਨੂੰ ਬੜੇ ਪਿਆਰ ਦੇ ਨਾਲ ਸਮਝਾਇਆ ਔਰ ਨਾਲ ਔਰਤ ਦੇ ਹੱਕ ਦੇ ਵਿੱਚ ਆਵਾਜ਼ ਬੁਲੰਦ ਕੀਤੀ ਕਿ ਔਰਤ ਤੋਂ ਬਿਨਾਂ ਤੇ ਰਾਸਤਾ ਸੰਸਾਰ ਚੱਲ ਹੀ ਨਹੀਂ ਸਕਦਾ। ਔਰ ਕਿਆ ਸੋ ਕਿਉ ਮੰਦਾ ਆਖੀਐ ਜਿਤ ਜੰਮੈ ਰਾਜਾਨ। ਤਾਂ ਸਤੀਆਂ ਇਹ ਨਾ ਆਖੀਆਂ ਜੋ ਮੜਿਆਂ ਲੱਗ ਜਲਨ, ਉਹ ਇਸਤਰੀਆਂ ਸਤੀਆਂ ਹੋਈਆਂ ਨਹੀਂ ਆਖੀਆਂ ਜਾ ਸਕਦੀਆਂ ਜੋ ਪਤੀ ਦੀ ਲਾਸ਼ ਦੇ ਨਾਲ ਸੜ ਕੇ ਮਰ ਜਾਂਦੀਆਂ ਨੇ। ਨਾਨਕ ਸਤੀਆਂ ਜਾਣੀਆਂ ਜੇ ਬਿਰਹੇ ਚੋਟ ਮਰਨ। ਹੇ ਨਾਨਕ, ਸਤੀਆਂ ਉਹਨਾਂ ਨੂੰ ਕਿਹਾ ਜਾਂਦਾ ਹੈ ਜੋ ਬਿਰਹੇ ਦੀ ਚੋਟ, ਵਿਛੋੜੇ ਦੀ ਚੋਟ ਦੇ ਨਾਲ ਹੀ ਮਰ ਜਾਣ। ਮਰ ਜਾਣ ਦਾ ਮਤਲਬ ਦੁਖੀ ਹੋਣ, ਕਿ ਜੋ ਪਤੀ ਦੇ ਵਿਛੋੜੇ ਦੀ ਖਬਰ ਸੁਣ ਕੇ ਹੀ ਦੁਖੀ ਹੋ ਜਾਣ। ਹੁਣ ਔਰਤ ਜਿਹੜੀ ਹੈ ਉਹ ਪਤੀ ਤੋਂ ਵਿਛੜਨਾ ਨਹੀਂ ਚਾਹੁੰਦੀ ਹੈ, ਪਤੀ ਦੇ ਨਾਲ ਉਸਦਾ ਪਿਆਰ ਹੈ। ਤੇ ਗੁਰੂ ਜੀ ਕਹਿੰਦੇ ਨੇ ਅਸਲੀ ਸਤੀ ਉਸੇ ਨੂੰ ਕਿਹਾ ਜਾਂਦਾ ਹੈ ਕਿ ਪਤੀ ਦੇ ਵਿਛੋੜੇ ਦੀ ਗੱਲ ਸੁਣ ਕੇ ਹੀ ਮਰ ਜਾਏ, ਪਤੀ ਦੇ ਵਿਛੋੜੇ ਦੀ ਚੋਟ ਸੁਣ ਕੇ ਹੀ ਬੇਹਬਲ ਹੋ ਜਾਏ ਕਿ ਮੇਰਾ ਪਤੀ ਤੋਂ ਵਿਛੋੜਾ ਹੋ ਜਾਏਗਾ, ਵਿਛੋੜੇ ਦੀ ਚੋਟ ਸੁਣ ਕੇ ਹੀ ਬੇਹਬਲ ਹੋ ਜਾਏ, ਉਹਨੂੰ ਸਤੀ ਕਿਹਾ ਜਾ ਸਕਦਾ ਹੈ ਜੋ ਉੱਚੇ ਸੁੱਚੇ ਆਚਰਨ ਵਾਲੀ ਹੈ ਔਰ ਆਪਣੇ ਪਤੀ ਦੇ ਨਾਲ ਪਿਆਰ ਕਰਦੀ ਹੈ। ਯਾਨੀ ਪਤੀ ਪਤਨੀ ਦਾ ਪਰਸਪਰ ਪਿਆਰ ਹੋਣਾ ਚਾਹੀਦਾ ਹੈ। ਸਤੀ ਹੋਣਾ ਇਹ ਕਦਾਚਿਤ ਵੀ ਠੀਕ ਨਹੀਂ ਹੈ। ਅਸਲੀ ਸਤੀ ਉਹ ਹੈ ਜੋ ਪਤੀ ਦੇ ਨਾਲ ਜਿਉਂਦੇ ਜੀ ਹੀ ਸੱਚੀ ਭਾਵਨਾ ਦੇ ਨਾਲ ਪਿਆਰ ਕਰਦੀ ਹੈ ਔਰ ਉੱਚਾ ਸੁੱਚਾ ਆਚਰਨ ਵਾਲਾ ਜੀਵਨ ਜੀਂਦੀ ਹੈ। ਮਹਿਲਾ ਤੀਜਾ। ਪੀ ਸੋ ਸਤੀਆਂ ਜਾਣੀਆਂ ਸ਼ੀਲ ਸੰਤੋਖ ਰਹਨ। ਸ਼ੀਲ ਦਾ ਮਤਲਬ ਉੱਚਾ ਆਚਰਨ, ਸ਼ੀਲ ਸੰਤੋਖ ਦਾ ਮਤਲਬ ਸੁੱਚੇ ਆਚਰਜ ਰੂਪ ਸੰਤੋਖ ਵਿੱਚ ਉਹਨਾਂ ਇਸਤਰੀਆਂ ਨੂੰ ਸਤੀਆਂ ਸਮਝਣਾ ਚਾਹੀਦਾ ਹੈ ਜੋ ਪਤੀ ਵਰਤਾ ਧਰਮ ਵਿੱਚ ਪੱਕੀਆਂ ਰਹਿੰਦੀਆਂ ਨੇ ਔਰ ਜਿਨ੍ਹਾਂ ਦੀ ਜ਼ਿੰਦਗੀ ਦੇ ਅੰਦਰ ਸੰਤੋਖ ਹੈ, ਜਿਨ੍ਹਾਂ ਦੇ ਜੀਵਨ ਵਿੱਚ ਸੰਤੋਖ ਹੈ ਔਰ ਜੋ ਉੱਚੇ ਸੁੱਚੇ ਆਚਰਨ ਵਾਲੀਆਂ ਨੇ, ਉਹਨਾਂ ਨੂੰ ਸਤੀਆਂ ਜਾਣਨਾ ਚਾਹੀਦਾ ਹੈ। ਅਸਲੀ ਸਤੀਆਂ ਉਹ ਨੇ। ਪਤੀ ਦੀ ਲਾਸ਼ ਦੇ ਨਾਲ ਸੜ ਜਾਣਾ ਇਹ ਕੋਈ ਸਤੀ ਹੋਣਾ ਨਹੀਂ ਹੈ। ਅਸਲੀ ਸਤੀ ਹੈ ਉਹ ਔਰਤ ਜੋ ਉੱਚੇ ਸੁੱਚੇ ਆਚਰਨ ਵਾਲੀ ਹੈ, ਜਿਸ ਦੇ ਅੰਦਰ ਸਹਿਨਸ਼ੀਲਤਾ ਹੈ, ਜਿਸ ਦੇ ਅੰਦਰ ਸੰਤੋਖ ਆਦਿਕ ਸ਼ੁਭ ਗੁਣ ਨੇ। ਯਾਨੀ ਸ਼ੁਭ ਗੁਣਾਂ ਵਾਲੀ ਔਰਤ ਹੀ ਅਸਲ ਦੇ ਅੰਦਰ ਸਤੀ ਹੈ। ਸੇਵਨ ਸਾਈਂ ਆਪਣਾ ਨਿਤ ਉੱਠ ਸੰਭਾਲਨ। ਜੋ ਆਪਣੇ ਪਤੀ ਦੀ ਸੇਵਾ ਕਰਦੀਆਂ ਨੇ ਔਰ ਉਦਮ ਦੇ ਨਾਲ ਆਪਣਾ ਧਰਮ ਚੇਤੇ ਰੱਖਦੀਆਂ ਨੇ, ਉਹਨਾਂ ਨੂੰ ਸਤੀਆਂ ਕਿਹਾ ਜਾਂਦਾ ਹੈ। ਜੋ ਆਪਣੇ ਗ੍ਰਸਤੀ ਦੇ ਫਰਜ਼ਾਂ ਨੂੰ ਪੂਰਿਆਂ ਕਰਦੀਆਂ ਨੇ, ਜੋ ਸੱਚ ਨੂੰ ਆਧਾਰ ਬਣਾ ਕੇ ਆਪਣੇ ਫਰਜ਼ਾਂ ਨੂੰ ਪੂਰਿਆਂ ਕਰਦੀਆਂ ਨੇ, ਉਹਨਾਂ ਨੂੰ ਸਤੀਆਂ ਕਿਹਾ ਜਾਂਦਾ ਹੈ। ਮਹਿਲਾ ਤੀਜਾ। ਕੰਤਾਂ ਨਾਲ ਮਹੇਲੀਆਂ ਸੇਤੀ ਅੱਗ ਜਲਾ ਹੈ। ਹੁਣ ਦੇਖੋ, ਗੁਰੂ ਸਾਹਿਬ ਜੀ ਨੇ ਬਹੁਤ ਪਿਆਰੇ ਬਚਨ ਕਹੇ ਨੇ ਔਰ ਇੱਥੇ ਔਰਤ ਦੀ ਇੱਕ ਮਹਾਨਤਾ ਦਾ ਗੁਣ, ਔਰਤ ਦੇ ਗੁਣਾਂ ਦੀ ਇੱਕ ਮਹਾਨਤਾ ਬਿਆਨ ਕੀਤੀ ਹੈ ਕਿ ਔਰਤ ਕਿੰਨੀ ਮਹਾਨ ਹੈ, ਔਰਤ ਦੇ ਅੰਦਰ ਕਿੰਨੇ ਸਾਰੇ ਵੱਡੇ ਗੁਣ ਨੇ। ਭਾਈ ਸਾਹਿਬ ਸਿੰਘ ਜੀ ਨੇ ਜੋ ਟੀਕਾ ਕੀਤਾ ਹੈ ਮੈਂ ਉਹ ਆਪ ਦੇ ਨਾਲ ਸਾਂਝਾ ਕਰ ਰਿਹਾ। ਮਹੇਲੀਆਂ ਦਾ ਮਤਲਬ ਇਸਤਰੀਆਂ, ਕੰਤਾਂ ਨਾਲ, ਜਿਉਂਦੇ ਪਤੀ ਦੇ ਨਾਲ। ਇਹ ਨਹੀਂ ਕਿ ਸਰੀਰ ਵਿੱਚੋਂ ਜਾਨ ਨਿਕਲ ਜਾਣ ਤੇ ਨਿਰਾ ਸਰੀਰ ਹੀ ਕਿਸੇ ਇਸਤਰੀ ਦਾ ਕੰਤ ਨਹੀਂ ਕਿਹਾ ਜਾ ਸਕਦਾ। ਜਿਉਂਦੇ ਪਤੀ ਨਾਲ। ਤੇ ਜਿਹੜੇ ਮਰੇ ਹੋਏ ਪਤੀ ਨੇ ਉਹਨਾਂ ਵਾਸਤੇ ਮੜ ਸ਼ਬਦ ਵਰਤਿਆ ਹੈ, ਮਰੇ ਪਤੀ ਵਾਸਤੇ ਸ਼ਬਦ ਵਰਤਿਆ ਹੈ ਮੜ। ਸੇਤੀ ਦਾ ਮਤਲਬ ਨਾਲ। ਸੇਤੀ ਅੱਗ ਜਲਾਹੇ ਦਾ ਭਾਵ ਹੈ ਅੱਗ ਨਾਲ ਸੜਦੀਆਂ ਨੇ, ਭਾਵ ਦੁੱਖ ਸਹਾਰਦੀਆਂ ਨੇ, ਯਾਨੀ ਜਗਤ ਦੇ ਦੁੱਖ ਸੁੱਖ ਵਿੱਚ ਕੰਤ ਦਾ ਸਾਥ ਦਿੰਦੀਆਂ ਨੇ। ਕੰਤਾਂ ਨਾਲ ਮਹੇਲੀਆਂ ਸੇਤੀ ਅੱਗ ਜਲਾਹੇ, ਇਸ ਪੰਕਤੀ ਦਾ ਅਰਥ ਇਹ ਹੈ
ਕਿ ਸਤੀ ਇਸਤਰੀਆਂ ਆਪਣੇ ਖਸਮ ਦੇ ਜਿਉਂਦਿਆਂ ਉਹਦੀ ਸੇਵਾ ਕਰਦੀਆਂ ਨੇ ਔਰ ਅੱਗ ਦੇ ਨਾਲ ਸੜਦੀਆਂ ਨੇ। ਅੱਗ ਨਾਲ ਸੜਨ ਦਾ ਮਤਲਬ ਜਗਤ ਦੇ ਦੁੱਖ ਸੁੱਖ ਦੇ ਅੰਦਰ ਪਤੀ ਦਾ ਸਾਥ ਦਿੰਦੀਆਂ ਨੇ। ਜਦੋਂ ਪਤੀ ਜਿਉਂਦਾ ਹੈ ਨਾ, ਤਾਂ ਜਿਉਂਦੇ ਪਤੀ ਦੇ ਨਾਲ ਦੁੱਖ ਸੁੱਖ ਵਿੱਚ ਸਾਥ ਦੇ ਰਹੀਆਂ ਨੇ। ਇਹਨੂੰ ਅੱਗ ਵਿੱਚ ਸੜਨਾ ਕਹਿ ਰਹੇ ਨੇ। ਅੱਗ ਵਿੱਚ ਸੜਨਾ ਹੀ ਹੈ ਨਾ, ਦੁੱਖ ਸੁੱਖ ਦੇ ਅੰਦਰ ਸਾਥ ਦੇਣਾ। ਕੰਤਾਂ ਨਾਲ ਮਹਿਲੀਆਂ ਯਾਨੀ ਜਿਉਂਦੇ ਪਤੀ ਦੇ ਨਾਲ ਜੋ ਇਸਤਰੀਆਂ ਦੁੱਖ ਸੁੱਖ ਦੇ ਅੰਦਰ ਸਾਥ ਦਿੰਦੀਆਂ ਨੇ, ਅਸਲੀ ਸਤੀਆਂ ਨੇ ਉਹ। ਦੇਖੋ ਹੁਣ ਗੁਰੂ ਜੀ ਔਰਤ ਦੀ ਮਹਾਨਤਾ ਦੱਸ ਰਹੇ ਨੇ ਨਾ, ਸਾਨੂੰ ਇਸ ਚੀਜ਼ ਨੂੰ ਸਮਝਣਾ ਚਾਹੀਦਾ ਹੈ ਕਿ ਪਤਨੀ ਦੁੱਖ ਦੇ ਵਿੱਚ ਵੀ ਸੁੱਖ ਦੇ ਅੰਦਰ ਵੀ ਸਾਥ ਦੇ ਰਹੀ ਹੈ। ਜੇ ਜਾਣੈ ਫਿਰ ਆਪਣਾ ਤਾਂ ਤਨ ਦੁੱਖ ਸਹਾਹੇ। ਜੇ ਜਾਣੈ ਫਿਰ ਆਪਣਾ ਦਾ ਮਤਲਬ ਜੇਕਰ ਉਹ ਪਤੀ ਨੂੰ ਆਪਣੇ ਦਿਲੋਂ ਪਿਆਰ ਕਰਦੀਆਂ ਨੇ ਤਾਂ ਤਨ ਦੁੱਖ ਸਹਾਹੇ, ਤਾਂ ਹੀ ਉਹ ਦੁੱਖ ਸਹਾਰਦੀਆਂ ਨੇ ਨਾ, ਤਾਂ ਹੀ ਉਹ ਸਰੀਰ ਦੇ ਦੁੱਖ ਸਹਿੰਦੀਆਂ ਨੇ, ਦੁੱਖ ਸੁੱਖ ਵਿੱਚ ਸਾਥ ਦਿੰਦੀਆਂ ਨੇ, ਕਿਉਂਕਿ ਪਤੀ ਨੂੰ ਆਪਣਾ ਸਮਝਦੀਆਂ ਨੇ। ਦੁੱਖ ਹੋਵੇ ਸੁੱਖ ਹੋਵੇ ਪਤੀ ਦਾ ਸਾਥ ਛੱਡ ਕੇ ਉਹ ਜਾਂਦੀਆਂ ਨਹੀਂ। ਤਾਂ ਕਿਵੇਂ ਉਸ ਪਤਨੀ ਦੀ ਮਹਾਨਤਾ ਨੂੰ ਬਿਆਨ ਕਰੀਏ ਜੋ ਦੁੱਖ ਸੁੱਖ ਦੇ ਅੰਦਰ ਸਾਥ ਦੇ ਰਹੀ ਹੈ, ਪਤੀ ਨੂੰ ਆਪਣਾ ਸਮਝਦੀ ਹੈ ਤਾਂ ਹੀ ਸਾਥ ਦੇ ਰਹੀ ਹੈ। ਤੇ ਜੇ ਉਹ ਪਤੀ ਨੂੰ ਆਪਣਾ ਸਮਝਦੀ ਹੀ ਨਾ ਹੋਵੇ ਤੇ ਛੱਡ ਕੇ ਚਲੀ ਜਾਏ, ਛੱਡ ਜਾਂਦੀਆਂ ਨੇ ਬਹੁਤ ਸਾਰੀਆਂ ਔਰਤਾਂ। ਤਾਂ ਇਹ ਇੱਥੇ ਔਰਤ ਦੇ ਉੱਚੇ ਆਚਰਣ ਦੀ ਗੱਲ ਕੀਤੀ ਜਾ ਰਹੀ ਹੈ ਔਰ ਔਰਤ ਦੇ ਗੁਣਾਂ ਦੀ ਸ਼ਲਾਘਾ ਕੀਤੀ ਜਾ ਰਹੀ ਹੈ। ਨਾਨਕ ਕੰਤ ਨਾ ਜਾਣਨੀ ਸੇ ਕਿਉਂ ਅੱਗ ਜਲਾ ਹੈ। ਪਰ ਜਿਨ੍ਹਾਂ ਨੇ ਖਸਮ ਨੂੰ ਖਸਮ ਨਾ ਜਾਤਾ ਉਹ ਦੁੱਖ ਕਿਉਂ ਸਹਿਣ, ਉਹ ਦੁੱਖ ਨਹੀਂ ਸਹਾਰਦੀਆਂ। ਸੇ ਕਿਉਂ ਅੱਗ ਜਲਾ ਹੈ, ਇੱਥੇ ਅੱਗ ਜਲਾ ਹੈ ਦਾ ਮਤਲਬ ਜਿਉਂਦੇ ਦੀ ਗੱਲ ਹੈ ਕਿ ਉਹ ਕਿਉਂ ਦੁੱਖ ਸਹਾਰਨ ਜੇ ਉਹ ਪਤੀ ਨੂੰ ਆਪਣਾ ਨਾ ਸਮਝਦੀਆਂ। ਹੁਣ ਜੇ ਔਰਤ ਤੇ ਦੋਸ਼ ਲਾਈਏ ਤਾਂ ਕਿਸ ਮੂੰਹ ਦੇ ਨਾਲ ਲਾਇਆ ਜਾਏ ਕਿ ਜੇ ਉਹ ਪਤੀ ਨੂੰ ਆਪਣਾ ਨਾ ਸਮਝਦੀ ਹੋਣ ਤੇ ਉਹ ਦੁੱਖ ਸੁੱਖ ਦੇ ਵਿੱਚ ਉਹਨਾਂ ਦਾ ਸਾਥ ਕਿਵੇਂ ਦੇਣ। ਦੁੱਖ ਸੁੱਖ ਵਿੱਚ ਨਾਲ ਤਾਂ ਹੀ ਨੇ ਨਾ। ਜਿਨ੍ਹਾਂ ਨੇ ਖਸਮ ਨੂੰ ਖਸਮ ਨਾ ਜਾਤਾ ਉਹ ਕਿਉਂ ਦੁੱਖ ਸਹਿਣ। ਭਾਵੇਂ ਜੀਵੋ ਕਹਿ ਮਰੋ ਦੂਰੋਂ ਹੀ ਭੱਜ ਜਾਹੇ। ਜੇ ਪਤੀ ਨੂੰ ਆਪਣਾ ਨਾ ਜਾਣਦੀਆਂ ਹੋਣ, ਪਤੀ ਚਾਹੇ ਸੁਖੀ ਹੋਵੇ ਚਾਹੇ ਦੁਖੀ ਹੋਵੇ, ਉਹ ਔਖੇ ਵੇਲੇ ਨੇੜੇ ਹੀ ਨਹੀਂ ਢੁਕਦੀਆਂ। ਮਰਦਾ ਮਰੇ, ਭਾਵੇਂ ਜੀਵੋ ਕਹਿ ਮਰੋ। ਕਈ ਕਹਿ ਜਾਂਦੀਆਂ ਨਾ ਮੇਰੇ ਵੱਲੋਂ ਜਿਉਂ ਤੇ ਭਾਵੇਂ ਮਰ, ਮੇਰੇ ਵੱਲੋਂ ਤੂੰ ਮਰ ਗਿਆ, ਤੇਰੇ ਵੱਲੋਂ ਮੈਂ ਮਰ ਗਈ, ਛੱਡ ਜਾਂਦੀਆਂ ਹਨ। ਤਾਂ ਗੁਰੂ ਜੀ ਕਹਿੰਦੇ ਨੇ ਜੋ ਪਤਨੀ ਆਪਣੇ ਪਤੀ ਨੂੰ ਆਪਣਾ ਪਤੀ ਸਮਝਦੀ ਹੈ ਤਾਂ ਹੀ ਉਹ ਸਾਰੀ ਜ਼ਿੰਦਗੀ ਦੁੱਖ ਔਰ ਸੁੱਖ ਦੇ ਵਿੱਚ ਉਹਦਾ ਸਾਥ ਦਿੰਦੀ ਹੈ। ਜੇ ਉਹ ਪਤੀ ਨੂੰ ਆਪਣਾ ਪਤੀ ਹੀ ਨਾ ਸਮਝਦੀ ਹੋਵੇ ਤਾਂ ਉਹ ਦੁੱਖ ਸੁੱਖ ਵਿੱਚ ਉਹਦਾ ਸਾਥ ਨਹੀਂ ਦੇਵੇਗੀ, ਉਹਨੂੰ ਦੂਰ ਹੀ ਛੱਡ ਕੇ ਚਲੀ ਜਾਏਗੀ। ਮੇਰੇ ਲਈ ਜਿਉਣਾ ਜਿਉ, ਮਰਨਾ ਮਰ। ਹੁਣ ਜਿਹੜੀ ਔਰਤ ਨੇ ਸਾਰੀ ਜ਼ਿੰਦਗੀ, ਗੁਰੂ ਜੀ ਜੋ ਕਹਿਣਾ ਚਾਹ ਰਹੇ ਨੇ, ਸਾਰੀ ਜ਼ਿੰਦਗੀ ਸਾਥ ਦਿੱਤਾ ਹੈ, ਆਪਣੇ ਮਾਂ-ਬਾਪ ਨੂੰ ਭੈਣਾਂ ਭਰਾਵਾਂ ਨੂੰ ਛੱਡ ਕੇ ਆਈ ਹੈ, ਪਤੀ ਦੇ ਨਾਲ ਸਮਰਪਿਤ ਹੋਈ ਹੈ, ਪਤੀ ਦੇ ਨਾਲ ਸਾਰੀ ਜ਼ਿੰਦਗੀ ਉਹਨੇ ਬਿਤਾਣੀ ਹੈ, ਉੱਥੇ ਬਾਲ ਬੱਚੇ ਨੂੰ ਜਨਮ ਦੇਣਾ ਹੈ, ਪਤੀ ਦੇ ਘਰ ਨੂੰ ਸਾਂਭਣਾ ਹੈ, ਸਾਰੀ ਜ਼ਿੰਦਗੀ ਸਮਰਪਿਤ ਕੀਤੀ ਹੈ। ਤਾਂ ਹੀ ਕੀਤੀ ਹੈ ਨਾ ਕਿ ਉਹ ਪਤੀ ਨਾਲ ਪਿਆਰ ਕਰਦੀ ਹੈ, ਪਤੀ ਨੂੰ ਆਪਣਾ ਸਮਝਦੀ ਹੈ। ਤੇ ਜੇ ਹੁਣ ਪਤੀ ਮਰ ਗਿਆ ਹੈ ਤੇ ਉਹਨੂੰ ਸੜ ਕੇ ਹੀ ਪ੍ਰੂਫ ਕਰਨਾ ਪਵੇਗਾ ਕਿ ਮੇਰਾ ਪਤੀ ਸੀ, ਇਹ ਕੋਈ ਪ੍ਰੂਫ ਨਹੀਂ ਹੈ। ਇਹ ਉਹਦੇ ਉੱਤੇ ਅਤਿਆਚਾਰ ਹੈ, ਇਹ ਮੂਰਖਤਾ ਹੈ। ਇਸ ਲਈ ਦੁਨੀਆ ਦੇ ਲੋਕੋ ਇਸ ਗੱਲ ਨੂੰ ਸਮਝੋ ਕਿ ਪਤਨੀ ਤਾਂ ਹੀ ਆਪਣੇ ਮਾਂ-ਬਾਪ ਨੂੰ, ਭੈਣ ਭਰਾਵਾਂ ਨੂੰ, ਪੇਕੇ ਪਰਿਵਾਰ ਨੂੰ ਛੱਡ ਕੇ ਪਤੀ ਦੇ ਘਰ ਵਿੱਚ ਆਉਂਦੀ ਹੈ ਕਿਉਂਕਿ ਉਹ ਪਤੀ ਨੂੰ ਆਪਣਾ ਸਮਝਦੀ ਹੈ। ਤਾਂ ਹੀ ਉਹ ਸੁੱਖ ਦੁੱਖ ਦੇ ਅੰਦਰ ਉਹਦਾ ਸਾਥ ਦਿੰਦੀ ਹੈ। ਜੇ ਉਹਨੂੰ ਆਪਣਾ ਨਾ ਸਮਝਦੀ ਹੋਵੇ, ਪਤੀ ਭਾਵੇਂ ਜਿਵੇਂ ਭਾਵੇਂ ਮਰੇ, ਉਹਨੂੰ ਛੱਡ ਕੇ ਚਲੀ ਜਾਏ, ਦੂਰ ਚਲੀ ਜਾਏ, ਪਰ ਦੂਰ ਜਾਂਦੀ ਨਹੀਂ। ਇਸ ਲਈ ਉਹਨੂੰ ਸਤੀ ਕਰਕੇ ਉੱਤੇ ਪ੍ਰਮਾਣ, ਉਹਨੂੰ ਸਰਟੀਫਿਕੇਟ ਦੇਣਾ ਕਿ ਹੁਣ ਠੀਕ ਹੈ, ਬਿਲਕੁਲ ਹੀ ਗਲਤ ਹੈ। ਇਸ ਲਈ ਉਹ ਇਸਤਰੀਆਂ ਹੀ ਸਤੀ ਨੇ ਅਸਲੀ, ਜੋ ਸਾਰੀ ਜ਼ਿੰਦਗੀ ਉੱਚੇ ਸੁੱਚੇ ਆਚਰਨ ਵਾਲਾ ਜੀਵਨ ਜਿਉਂਦੀਆਂ ਨੇ, ਸ਼ੁਭ ਗੁਣਾ ਵਾਲਾ ਜੀਵਨ ਜਿਉਂਦੀਆਂ ਨੇ। ਪੌੜੀ ਖੁਦ ਦੁੱਖ ਸੁੱਖ ਨਾਲ ਉਪਾਇਆ ਲੇਖ ਕਰਤੇ ਲਿਖਿਆ। ਜਗਤ ਵਿੱਚ ਜੀਵ ਪੈਦਾ ਕਰਕੇ ਦੁੱਖ ਤੇ ਸੁੱਖ ਵੀ ਨਾਲ ਹੀ ਪੈਦਾ ਕੀਤਾ ਹੈ ਤੇ ਦੁੱਖ ਸੁੱਖ ਦਾ ਨਾਲ ਹੀ ਲੇਖ ਵੀ ਲਿਖਿਆ ਹੋਇਆ ਹੈ। ਲੇਖ ਕਰਤੇ ਲਿਖਿਆ, ਕਰਤੇ ਨੇ ਲੇਖ ਲਿਖਿਆ ਹੈ। ਇੱਥੇ ਲੇਖ ਦਾ ਮਤਲਬ ਹੈ ਹੁਕਮ। ਜਿਵੇਂ ਆਪਾਂ ਪਹਿਲਾਂ ਵੀ ਵਿਚਾਰ ਕਰ ਚੁੱਕੇ ਹਾਂ, ਹੁਕਮ, ਰਜ਼ਾ, ਭਾਣਾ ਔਰ ਲੇਖ, ਇਹਨਾਂ ਸਾਰਿਆਂ ਦਾ ਮੀਨਿੰਗ ਕੀ ਹੈ? ਇੱਕ ਸ਼ਬਦ ਅਸੀਂ ਕਿਹੜਾ ਵਰਤ ਸਕਦੇ ਹਾਂ? ਜਦੋਂ ਬੋਲੋਗੇ ਤੇ ਮੈਨੂੰ ਪਤਾ ਲੱਗ ਜਾਏਗਾ। ਸਿਸਟਮ। ਇਹ ਸਿਸਟਮ ਹੈ।
ਇਸ ਸਿਸਟਮ ਦੇ ਅੰਦਰ ਸੁੱਖ ਵੀ ਹੈ, ਦੁੱਖ ਵੀ ਹੈ। ਜਦੋਂ ਤੋਂ ਸੰਸਾਰ ਪੈਦਾ ਹੋਇਆ ਹੈ, ਦੁੱਖ ਸੁੱਖ ਨਾਲ ਤੁਰੇ ਆ ਰਹੇ ਨੇ। ਇਹ ਸਿਸਟਮ ਹੈ। ਸਿਸਟਮ ਦੇ ਅੰਦਰ ਦੁੱਖ ਵੀ ਹੈ, ਸੁੱਖ ਵੀ ਹੈ। ਹੁਣ ਇਹ ਸੁੱਖ ਔਰ ਦੁੱਖ ਤੁਹਾਡੇ ਆਪਣੇ ਹੱਥ ਵਿੱਚ ਹੈ ਕਿ ਇਹ ਸਿਸਟਮ ਨੂੰ ਫੋਲੋ ਕਿਵੇਂ ਕਰੋਗੇ। ਦੇਖੋ, ਅਸੀਂ ਟ੍ਰੈਫਿਕ ਹੈ ਨਾ, ਟ੍ਰੈਫਿਕ ਦੇ ਵਿੱਚ ਚੱਲਦੇ ਹਾਂ। ਟ੍ਰੈਫਿਕ ਦਾ ਇੱਕ ਲੇਖ ਹੈ ਨਾ, ਲੇਖ ਮਤਲਬ ਸਿਸਟਮ ਹੈ ਨਾ, ਉਸ ਸਿਸਟਮ ਦੇ ਅੰਦਰ ਸੁੱਖ ਵੀ ਹੈ ਔਰ ਦੁੱਖ ਵੀ ਹੈ। ਜੇ ਸਿਸਟਮ ਨੂੰ ਸਹੀ ਫੋਲੋ ਕਰੋਗੇ ਤਾਂ ਆਪਣੇ ਘਰ ਤੋਂ ਚੱਲ ਕੇ ਜਿਸ ਡੈਸਟੀਨੇਸ਼ਨ ਤੇ ਤੁਸੀਂ ਜਾਣਾ ਹੈ, ਆਪਣੇ ਕਾਰ ਬੱਸ ਤੇ ਉੱਥੇ ਪਹੁੰਚ ਜਾਓਗੇ। ਕਿੰਨਾ ਸੁੱਖ ਹੈ ਨਾ ਸਿਸਟਮ ਦਾ ਕਿ ਅਸੀਂ ਉੱਥੇ ਪਹੁੰਚ ਜਾਂਦੇ ਹਾਂ। ਲੇਕਿਨ ਜੇ ਸਿਸਟਮ ਨੂੰ ਗਲਤ ਫੋਲੋ ਕਰੋਗੇ ਤੇ ਐਕਸੀਡੈਂਟ ਹੋ ਜਾਏਗਾ। ਲੱਤਾਂ ਬਾਹਾਂ ਵੀ ਸੜਕਾਂ ਤੇ ਟੁੱਟਦੀਆਂ ਨੇ ਨਾ। ਸਿਸਟਮ ਹੈ ਨਾ। ਮੌਤ ਕਿਉਂ ਹੋ ਗਈ? ਸਿਸਟਮ ਵਿੱਚ ਹੋ ਗਈ। ਲੱਤਾਂ ਬਾਹਾਂ ਕਿਉਂ ਟੁੱਟ ਗਈਆਂ? ਸਿਸਟਮ ਵਿੱਚ। ਕਿਉਂਕਿ ਜੇ ਸਿਸਟਮ ਹੈ ਕਿ ਕਾਰ ਵਿੱਚ ਕਾਰ ਠੁੱਕੇਗੀ ਤੇ ਐਕਸੀਡੈਂਟ ਹੋ ਕੇ ਨੁਕਸਾਨ ਹੋਏਗਾ, ਇਹ ਤਾਂ ਸਿਸਟਮ ਹੈ, ਇਹਨੂੰ ਕੋਈ ਬਦਲ ਨਹੀਂ ਸਕਦਾ। ਅਸੀਂ ਇੱਥੋਂ ਇੰਗਲੈਂਡ ਤੋਂ ਇੰਡੀਆ ਜਹਾਜ਼ ਤੇ ਜਾਂਦੇ ਹਾਂ ਤਾਂ ਸਿਸਟਮ ਹੈ ਨਾ ਕਿ ਅਸੀਂ ਜਹਾਜ਼ ਵਿੱਚ ਬੈਠ ਕੇ ਆਰਾਮ ਦੇ ਨਾਲ ਇੰਡੀਆ ਪਹੁੰਚ ਗਏ। ਲੇਕਿਨ ਜੇ ਜਹਾਜ਼ ਕ੍ਰੈਸ਼ ਹੋ ਜਾਏ ਤੇ ਫਿਰ ਕੀ ਹੋਏਗਾ? ਫਿਰ ਅਸੀਂ ਬਚ ਨਹੀਂ ਨਾ ਪਾਵਾਂਗੇ, ਕਿਉਂਕਿ ਉਸ ਸਿਸਟਮ ਦੇ ਅੰਦਰ ਮਰਨਾ ਹੀ ਪੈਣਾ ਹੈ, ਸੜਨਾ ਹੀ ਪੈਣਾ ਹੈ। ਜਹਾਜ਼ ਕ੍ਰੈਸ਼ ਹੋ ਗਿਆ ਤੇ ਖਤਮ। ਇਸ ਲਈ ਗੁਰੂ ਜੀ ਕਹਿੰਦੇ ਨੇ ਇਸ ਸੰਸਾਰ ਦੇ ਅੰਦਰ ਸ਼ੁਰੂ ਤੋਂ ਸਿਸਟਮ ਹੈ, ਹੁਕਮ ਹੈ, ਰਜ਼ਾ ਹੈ, ਭਾਣਾ ਹੈ, ਕੁਦਰਤ ਦੀ ਨਿਯਮਾਵਲੀ ਹੈ। ਇਸ ਨਿਯਮਾਵਲੀ ਦੇ ਅੰਦਰ ਸੁੱਖ ਔਰ ਦੁੱਖ ਨੇ। ਜਿੰਨੇ ਸੁੱਖ ਨੇ ਉਹ ਵੀ ਸਿਸਟਮ ਵਿੱਚ ਨੇ ਤੇ ਜਿਹੜੇ ਦੁੱਖ ਨੇ ਉਹ ਵੀ ਰਜ਼ਾ ਭਾਣੇ ਵਿੱਚ ਨੇ, ਸਿਸਟਮ ਵਿੱਚ ਨੇ। ਹੁਣ ਤੁਸੀਂ ਦੁੱਖਾਂ ਵਾਲੇ ਸਿਸਟਮ ਦੇ ਰਾਹ ਤੇ ਤੁਰੋਗੇ ਕਿ ਸੁੱਖਾਂ ਵਾਲੇ ਤੇ? ਇਹ ਬੰਦੇ ਦੇ ਆਪਣੇ ਹੱਥ ਦੇ ਵਿੱਚ ਹੈ ਕਿ ਬੰਦੇ ਨੇ ਪਾਣੀ ਦੇ ਵਿੱਚ ਤੈਰ ਕੇ ਆਨੰਦ ਲੈਣਾ ਹੈ ਕਿ ਬਿਨਾਂ ਤੈਰਨ ਦੀ ਜਾਚ ਸਿੱਖਣ ਤੋਂ ਦੋ ਛਾਲ ਮਾਰ ਕੇ ਮਰਨਾ ਹੈ। ਆਪਣੀ ਮਰਜ਼ੀ ਹੈ। ਪਾਣੀ ਦੇ ਅੰਦਰ ਜੇ ਤੁਸੀਂ, ਪਾਣੀ ਨੂੰ ਅਸੀਂ ਵਰਤਦੇ ਹਾਂ, ਪਾਣੀ ਸਾਨੂੰ ਜੀਵਨ ਵੀ ਦਿੰਦਾ ਹੈ। ਲੇਕਿਨ ਪਾਣੀ ਵਿੱਚ ਅਸੀਂ ਛਾਲ ਮਾਰ ਦੇਈਏ, ਕਿਸੇ ਖੂਹ ਵਿੱਚ ਤਰਨਾ ਨਹੀਂ ਹੁੰਦਾ ਤੇ ਬੰਦਾ ਡੁੱਬ ਕੇ ਵੀ ਪਾਣੀ ਵਿੱਚ ਹੀ ਮਰਦਾ ਹੈ। ਸਿਸਟਮ ਹੈ ਰੱਬੀ ਰਜ਼ਾ ਦੇ ਅੰਦਰ। ਤਾਂ ਗੁਰੂ ਜੀ ਕਹਿੰਦੇ ਨੇ ਜਗਤ ਵਿੱਚ ਜੀਵ ਪੈਦਾ ਕਰਕੇ ਦੁੱਖ ਤੇ ਸੁੱਖ ਵੀ ਉਹਨਾਂ ਦੇ ਨਾਲ ਹੀ ਨੇ, ਕਿਉਂਕਿ ਇਹ ਸਾਰਾ ਕੁਝ ਇਸ ਸਿਸਟਮ ਦੇ ਅੰਦਰ ਹੈ, ਹੁਕਮ ਦੇ ਅੰਦਰ ਹੈ, ਰਜ਼ਾ ਵਿੱਚ ਹੈ। ਨਾਵੇਂ ਜੀਵੜ ਹੋਰ ਦਾਤ ਨਾਹੀ, ਤਿਸ ਰੂਪ ਨਾ ਰਿਖਿਆ। ਰਿਖਿਆ ਦਾ ਮਤਲਬ ਰੇਖਾ, ਨੁਹਾਰ। ਨਾਮ ਨਾਵੇਂ ਜੀਵੜ ਹੋਰ ਦਾਤ ਨਾਹੀ, ਜੋ ਪ੍ਰਭੂ ਦਾ ਹੁਕਮ ਹੈ ਉਹਦਾ ਨਾ ਕੋਈ ਰੂਪ ਹੈ, ਨਾ ਕੋਈ ਰੇਖ ਹੈ। ਰੱਬ ਦਾ ਕੋਈ ਰੂਪ ਰੇਖ ਰੰਗ ਆਕਾਰ ਨਹੀਂ ਹੈ। ਨਾਵੇਂ ਜੀਵੜ, ਜਿਸ ਪ੍ਰਭੂ ਦਾ ਨਾ ਕੋਈ ਖਾਸ ਰੂਪ ਹੈ, ਨਾ ਕੋਈ ਰੇਖ ਹੈ, ਉਹਦੇ ਹੁਕਮ ਦੇ ਬਰਾਬਰ ਜੀਵਾਂ ਵਾਸਤੇ ਹੋਰ ਕੋਈ ਦਾਤ ਨਹੀਂ ਹੈ। ਨਾਵੇਂ ਜੀਵੜ ਮਤਲਬ ਹੁਕਮ ਜਿੱਦਾਂ, ਹੋਰ ਦਾਤ ਨਹੀਂ ਦਾ ਮਤਲਬ ਹੋਰ ਕੋਈ ਦਾਤ ਨਹੀਂ। ਇਸ ਰੂਪ ਨਾਲ ਲਿਖਿਆ ਦਾ ਮਤਲਬ ਜਿਸ ਰੱਬ ਦਾ ਕੋਈ ਰੂਪ ਨਹੀਂ, ਕੋਈ ਰੇਖ ਨਹੀਂ, ਰੰਗ ਆਕਾਰ ਨਹੀਂ, ਉਸ ਰੱਬ ਦੇ ਹੁਕਮ ਜਿਹੜੀ ਵੱਡੀ ਦਾਤ ਜੀਵਾਂ ਵਾਸਤੇ ਹੋਰ ਕੋਈ ਨਹੀਂ ਹੈ। ਹੁਕਮ ਨੂੰ ਸਮਝ ਲੈਣਾ, ਹੁਕਮ ਦੇ ਅੰਦਰ ਜ਼ਿੰਦਗੀ ਜੀਣੀ, ਹੁਕਮ ਨੂੰ ਫੋਲੋ ਕਰਨਾ, ਇਸ ਤੋਂ ਵੱਡੀ ਹੋਰ ਕੋਈ ਦਾਤ ਨਹੀਂ ਹੈ। ਸਭ ਤੋਂ ਵੱਡੀ ਦਾਤ, ਸਭ ਤੋਂ ਵੱਡੀ ਬਖਸ਼ਿਸ਼ ਹੁਕਮ ਹੈ, ਸਿਸਟਮ ਹੈ, ਜਿਹਦੇ ਅੰਦਰ ਚੱਲ ਕੇ ਅਸੀਂ ਆਪਣੇ ਜੀਵਨ ਨੂੰ ਸੁਖੀ ਔਰ ਸ਼ਾਂਤ ਕਰ ਸਕਦੇ ਹਾਂ। ਨਾਮ ਅਖੁੱਟ ਨਿਧਾਨ ਹੈ, ਗੁਰਮੁਖ ਮਨ ਵਸਿਆ। ਅਖੁੱਟ ਦਾ ਮਤਲਬ ਅਮੁਕ, ਜਿੰਨੇ ਕਦੇ ਮੁੱਕਣਾ ਨਹੀਂ। ਗੁਰਮੁਖ ਦਾ ਮਤਲਬ ਗੁਰੂ ਦੇ ਰਾਹੀਂ। ਮਨ ਵਸਿਆ ਦਾ ਮਤਲਬ ਮਨ ਵਿੱਚ ਵਸਦਾ ਹੈ। ਨਾਮ ਇੱਕ ਐਸਾ ਖਜ਼ਾਨਾ ਹੈ ਜੋ ਕਦੇ ਮੁੱਕਦਾ ਨਹੀਂ। ਯਾਨੀ ਰੱਬ ਦੀ ਜੋ ਸਿਫਤ ਸਲਾਹ ਹੈ, ਰੱਬੀ ਜੋ ਗੁਣ ਨੇ, ਉਹ ਬਹੁਤ ਵੱਡਾ ਖਜ਼ਾਨਾ ਹੈ, ਉਹਨਾਂ ਨੇ ਕਦੇ ਮੁੱਕਣਾ ਨਹੀਂ ਹੈ। ਸੱਚ ਬੋਲੋ ਤਾਂ ਇਹ ਨਹੀਂ ਕਿ ਜੇ ਜ਼ਿਆਦਾ ਸੱਚ ਬੋਲਿਆ ਤੇ ਮੇਰਾ ਸੱਚ ਮੁੱਕ ਜਾਏਗਾ, ਮੁੱਕੇਗਾ ਨਹੀਂ, ਵਧੇਗਾ। ਹੁਣ ਮੈਂ ਪ੍ਰੇਮ ਕਰਾਂਗਾ ਦੁਨੀਆ ਨਾਲ ਤੇ ਮੇਰਾ ਪ੍ਰੇਮ ਹੀ ਨਾ ਕਿਤੇ ਮੁੱਕ ਜਾਏ, ਪ੍ਰੇਮ ਮੁੱਕੇਗਾ ਨਹੀਂ, ਪ੍ਰੇਮ ਦੇ ਭੰਡਾਰੇ ਹੋਰ ਭਰੇ ਜਾਣਗੇ, ਵੱਧਦੇ ਚਲੇ ਜਾਣਗੇ। ਤਾਂ ਜੋ ਰੱਬ ਦੀ ਸਿਫਤ ਸਲਾਹ ਹੈ, ਰੱਬੀ ਜੋ ਗੁਣ ਨੇ, ਉਹ ਇੱਕ ਅਮੁੱਕ ਖਜ਼ਾਨਾ ਹੈ, ਕਦੇ ਵੀ ਉਹਨਾਂ ਨੇ ਮੁੱਕਣਾ ਨਹੀਂ। ਗੁਰਮੁਖ ਮਨ ਵਸਿਆ ਦਾ ਮਤਲਬ ਗੁਰੂ ਦੇ ਜ਼ਰੀਏ ਸਾਡੇ ਮਨ ਵਿੱਚ ਆ ਕੇ ਵਸ ਜਾਂਦਾ ਹੈ। ਯਾਨੀ ਜੇ ਗੁਣਾਂ ਦੇ ਖਜ਼ਾਨੇ ਨੂੰ ਮਨ ਵਿੱਚ ਵਸਾਣਾ ਹੈ ਤਾਂ ਗੁਰੂ ਵਾਲੇ ਹੋਣਾ ਹੋਵੇਗਾ, ਗੁਰੂ ਦੇ ਦੱਸੇ ਰਾਹ ਤੇ ਤੁਰਨਾ ਹੋਵੇਗਾ। ਕਰ ਕਿਰਪਾ ਨਾਮ ਦੇਵ ਸੀ, ਫਿਰ ਲੇਖ ਨਾ ਲਿਖਿਆ। ਜਿਸ ਮਨੁੱਖ ਨੂੰ ਮਿਹਰ ਕਰਕੇ ਪ੍ਰਭੂ ਇਹ ਗੁਣਾਂ ਦਾ ਖਜ਼ਾਨਾ ਦਿੰਦਾ ਹੈ, ਨਾਮ ਦਾ ਮਤਲਬ ਸਿਫਤ ਸਲਾਹ ਦਾ ਖਜ਼ਾਨਾ ਦਿੰਦਾ ਹੈ, ਫਿਰ ਲੇਖ ਨਾ ਲਿਖਿਆ, ਫਿਰ ਉਹਦੇ ਮੱਥੇ ਦੇ ਉੱਤੇ ਮਾੜੇ ਕਰਮਾਂ ਦਾ ਲੇਖ ਨਹੀਂ ਲਿਖਿਆ ਜਾਂਦਾ।
ਕਿਉਂਕਿ ਉਹ ਮਾੜੇ ਕਰਮਾਂ ਵਾਸਤੇ ਉਹਨੇ ਸੋਚਣਾ ਹੀ ਨਹੀਂ, ਮਾੜੇ ਪਾਸੇ ਉਹਨੇ ਬੋਲਣਾ ਹੀ ਨਹੀਂ, ਤਾਂ ਉਹਦੇ ਅੰਦਰ ਫਿਰ ਮਾੜਾ ਕੋਈ ਲੇਖ ਲਿਖਿਆ ਨਹੀਂ ਜਾਏਗਾ। ਜਿਸ ਨੇ ਇਸ ਹੁਕਮ ਨੂੰ ਸਮਝ ਲਿਆ, ਜਿਸ ਨੂੰ ਸਿਫਤ ਸਲਾਹ ਦੀ ਦਾਤ ਮਿਲ ਗਈ, ਫਿਰ ਉਹਦੇ ਅੰਦਰ ਮਾੜੇ ਕਰਮਾਂ ਦਾ ਲੇਖ ਨਹੀਂ ਲਿਖਿਆ ਜਾਂਦਾ। ਮੰਨ ਲਓ ਤੁਹਾਡੇ ਅੰਦਰ ਸਤ ਸੰਤੋਖ ਦਇਆ ਧਰਮ ਵਸ ਗਏ, ਤਾਂ ਫਿਰ ਤੁਹਾਡੇ ਅੰਦਰ ਕਾਮ ਕ੍ਰੋਧ ਲੋਭ ਆਦਿਕ ਨਹੀਂ ਹੋਣਗੇ। ਜਿੱਥੇ ਸਚਾਈ ਆ ਗਈ ਉੱਥੇ ਝੂਠ ਨਹੀਂ ਆਏਗਾ, ਜਿੱਥੇ ਚਾਨਣ ਹੈ ਉੱਥੇ ਹਨੇਰਾ ਨਹੀਂ ਆਏਗਾ, ਜਿੱਥੇ ਨਿਮਰਤਾ ਹੈ ਉੱਥੇ ਹਉਮੈ ਨਹੀਂ ਆਏਗੀ, ਜਿੱਥੇ ਰੱਬੀ ਗੁਣ ਨੇ ਉੱਥੇ ਔਗਣ ਨਹੀਂ ਆਉਣਗੇ, ਫਿਰ ਉੱਥੇ ਔਗਣਾਂ ਦਾ ਲੇਖ ਨਹੀਂ ਲਿਖਿਆ ਜਾਏਗਾ। ਸੇਵਕ ਭਾਏ ਸੇ ਜਨ ਮਿਲੇ, ਜਿਨ ਹਰ ਜਪ ਜਪਿਆ। ਸੇਵਕ ਭਾਏ ਦਾ ਮਤਲਬ ਸੇਵਾ ਭਾਵ ਦੇ ਨਾਲ, ਜਪ ਦਾ ਮਤਲਬ ਹੁੰਦਾ ਹੈ ਜਾਣਨਾ, ਜਪਿਆ ਦਾ ਮਤਲਬ ਜਾਣਿਆ, ਹਰ ਦਾ ਮਤਲਬ ਹਰੀ ਨੂੰ। ਉਹ ਮਨੁੱਖ ਪ੍ਰਭੂ ਨੂੰ ਮਿਲਦੇ ਨੇ ਜੋ ਸੇਵਕ ਭਾਵ ਵਿੱਚ ਰਹਿ ਕੇ ਜਾਣਨ ਯੋਗ ਪ੍ਰਭੂ ਨੂੰ ਜਾਣ ਲੈਂਦੇ ਨੇ। ਜਪਨ ਦਾ ਮਤਲਬ ਸਿਫਤ ਸਲਾਹ ਕਰਦੇ ਨੇ, ਪ੍ਰਭੂ ਦੇ ਨਾਲ ਡੂੰਗੀ ਜਾਣ ਪਛਾਣ ਪਾਉਂਦੇ ਨੇ, ਪ੍ਰਭੂ ਦੇ ਗੁਣਾਂ ਦੇ ਨਾਲ ਸਾਂਝ ਪਾਉਂਦੇ ਨੇ, ਰੱਬੀ ਗੁਣਾਂ ਨੂੰ ਇੰਪਲੀਮੈਂਟ ਕਰਦੇ ਨੇ। ਜਪਿਆ ਦਾ ਮਤਲਬ ਜਿਨ੍ਹਾਂ ਨੇ ਰੱਬੀ ਸਿਫਤ ਸਲਾਹ ਕੀਤੀ, ਜਿਨ੍ਹਾਂ ਨੇ ਰੱਬੀ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਇੰਪਲੀਮੈਂਟ ਕੀਤਾ। ਸੇਵਕ ਭਾਵ ਦੇ ਨਾਲ, ਸੇਵਕ ਦੀ ਪ੍ਰੀਤ ਦੇ ਨਾਲ, ਸੇਵਕ ਭਾਵ ਵਿੱਚ ਯਾਨੀ ਰੱਬੀ ਹੁਕਮ ਦੇ ਅੰਦਰ ਚੱਲ ਕੇ ਜਿਨ੍ਹਾਂ ਨੇ ਰੱਬੀ ਗੁਣਾਂ ਨੂੰ ਗਾਇਆ, ਉਹ ਰੱਬ ਦੇ ਅੰਦਰ ਮਿਲ ਗਏ, ਔਰ ਰੱਬ ਦੇ ਅੰਦਰ ਮਿਲ ਕੇ ਉਹ ਰੱਬ ਦਾ ਹੀ ਰੂਪ ਹੋ ਗਏ। ਤਾਂ ਐਸੀ ਜ਼ਿੰਦਗੀ ਕੋਈ ਵੀ ਇਨਸਾਨ ਜਿਹੜਾ ਹੈ ਉਹ ਜੀ ਸਕਦਾ ਹੈ। ਕੋਈ ਵੀ ਇਨਸਾਨ ਜੋ ਚਾਹੇ ਉਹ ਐਸੀ ਜ਼ਿੰਦਗੀ ਜੀ ਸਕਦਾ ਹੈ। ਤਾਂ ਅੱਜ ਦੇ ਸ਼ਬਦ ਰਾਹੀਂ ਗੁਰਦੇਵ ਪਾਤਸ਼ਾਹ ਜੀ ਨੇ ਸਾਨੂੰ ਸਮਝਾਇਆ ਹੈ ਕਿ ਜੋ ਵਿਸ਼ੇ ਵਿਕਾਰਾਂ ਵਾਲਾ ਰੰਗ ਹੈ, ਪਿਆਰ ਹੈ, ਇਹਨੂੰ ਖਤਮ ਕਰਨਾ ਹੈ, ਸ਼ੁਭ ਗੁਣਾਂ ਦੇ ਧਾਰਨੀ ਹੋਣਾ ਹੈ। ਸ਼ੁਭ ਗੁਣਾਂ ਦੇ ਧਾਰਨੀ ਅਸੀਂ ਗੁਰੂ ਦੇ ਦੱਸੇ ਰਾਹਾਂ ਤੇ ਚੱਲ ਕੇ ਹੋ ਸਕਦੇ ਹਾਂ। ਪਤੀ ਦੇ ਮਰਨ ਤੋਂ ਬਾਅਦ ਪਤੀ ਦੀ ਲਾਸ਼ ਦੇ ਨਾਲ ਜਿੰਦਾ ਸੜ ਮਰਨਾ, ਇਹ ਕੋਈ ਸਤੀ ਹੋਣ ਦਾ ਪ੍ਰੂਫ ਨਹੀਂ ਹੈ, ਇਹ ਇੱਕ ਬਹੁਤ ਵੱਡਾ ਅਪਰਾਧ ਹੈ। ਇਸ ਲਈ ਅਸਲ ਸਤੀਆਂ ਉਹ ਔਰਤਾਂ ਨੇ ਜੋ ਜੀਵਨ ਦੇ ਅੰਦਰ ਉੱਚਾ ਸੁੱਚਾ ਆਚਰਨ ਔਰ ਗੁਣਾਂ ਵਾਲਾ ਜੀਵਨ ਜੀਂਦੀਆਂ ਨੇ। ਤੇ ਨਾਲ ਗੁਰਦੇਵ ਪਾਤਸ਼ਾਹ ਨੇ ਲੋਕਾਂ ਨੂੰ ਸਮਝਾਇਆ ਕਿ ਦੁਨੀਆ ਦੇ ਲੋਕੋ, ਪਤਨੀ ਪਤੀ ਨੂੰ ਆਪਣਾ ਪਤੀ ਸਮਝਦੀ ਹੈ ਤਾਂ ਹੀ ਉਹ ਮਾਪਿਆਂ ਪੇਕਿਆਂ ਨੂੰ ਛੱਡ ਕੇ ਸੁੱਖ ਔਰ ਦੁੱਖ ਦੇ ਅੰਦਰ ਉਹਦਾ ਸਾਥ ਦਿੰਦੀ ਹੈ। ਜੇ ਉਹਨੂੰ ਆਪਣਾ ਪਤੀ ਨਾ ਸਮਝਦੀ ਹੋਵੇ ਤਾਂ ਉਹ ਪਤੀ ਨੂੰ ਛੱਡ ਕੇ ਜਾ ਸਕਦੀ ਹੈ, ਭਾਵੇਂ ਜੀਵੇ ਤੇ ਭਾਵੇਂ ਮਰੇ। ਇਸ ਲਈ ਉਹਦੇ ਤੋਂ ਮਰਨ ਤੋਂ ਬਾਅਦ ਸਤੀ ਹੋਣ ਦਾ ਪ੍ਰੂਫ ਮੰਗਣਾ ਇੱਕ ਬਿਲਕੁਲ ਗਲਤ ਰਸਮ ਹੈ। ਔਰ ਨਾਲ ਗੁਰਦੇਵ ਪਾਤਸ਼ਾਹ ਨੇ ਇੱਥੇ ਸਾਨੂੰ ਇਹ ਸਮਝਾਇਆ ਹੈ ਕਿ ਔਰਤ ਨੂੰ ਉੱਚੇ ਸੁੱਚੇ ਗੁਣਾਂ ਵਾਲੀ ਹੋਣਾ ਚਾਹੀਦਾ ਹੈ, ਔਰ ਨਾਲ ਸਾਨੂੰ ਸਮਝਾਇਆ ਹੈ ਕਿ ਔਰਤ ਦਾ ਮਾਣ ਆਦਰ ਔਰ ਸਤਿਕਾਰ ਕਰਨਾ ਚਾਹੀਦਾ ਹੈ। ਤੇ ਤੀਜੀ ਗੱਲ ਸਾਨੂੰ ਇਹ ਸਮਝਾ ਰਹੇ ਨੇ ਕਿ ਗੁਰੂ ਦੇ ਦੱਸੇ ਰਾਹ ਤੇ ਚੱਲ ਕੇ ਸੇਵਕ ਭਾਵ ਦੇ ਨਾਲ ਅਸੀਂ ਰੱਬੀ ਸਿਫਤ ਸਲਾਹ ਕਰਨੀ ਹੈ, ਰੱਬੀ ਗੁਣਾਂ ਨੂੰ ਆਪਣੇ ਹਿਰਦੇ ਦੇ ਅੰਦਰ ਵਸਾਉਣਾ ਹੈ। ਜੋ ਵੀ ਰੱਬੀ ਗੁਣਾਂ ਨੂੰ ਆਪਣੇ ਹਿਰਦੇ ਦੇ ਅੰਦਰ ਵਸਾਉਂਦਾ ਹੈ ਉਹ ਇਨਸਾਨ ਮਹਾਨ ਹੋ ਜਾਂਦਾ ਹੈ। ਤਾਂ ਅੱਜ ਦੀ ਵਿਚਾਰ ਇੱਥੇ ਸਮਾਪਤ ਕਰਦੇ ਹਾਂ ਜੀ। ਅੱਜ ਦੀ ਇਸ ਵਿਚਾਰ ਵਿੱਚ ਜੇ ਕਿਸੇ ਵੀਰ ਭੈਣ ਦਾ ਕੋਈ ਸਵਾਲ ਹੈ ਤਾਂ ਉਹ ਸਵਾਲ ਕਰ ਸਕਦੇ ਹੋ, ਔਰ ਅੱਜ ਦੀ ਇਸ ਵਿਚਾਰ ਬਾਰੇ ਜੇ ਆਪਨੇ ਕੋਈ ਆਪਣੇ ਵਿਚਾਰ ਦੇਣੇ ਨੇ ਤਾਂ ਅਨਮਿਊਟ ਹੋ ਕੇ ਵਿਚਾਰ ਦੇ ਸਕਦੇ ਹੋ। ਅਗਲੀ ਕਲਾਸ ਦੀ ਕਾਰਵਾਈ ਵੀਰ ਤਰਲੋਚਨ ਸਿੰਘ ਜੀ ਕਰ ਰਹੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।